ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸੰਗਤ ਜੀ ਅੱਜ ਸੰਡੇ ਦਾ ਦਿਨ ਤੇ ਸਾਡਾ ਅੱਜ ਦਾ ਜਿਹੜਾ ਟੌਪਿਕ ਤੇ ਜਿਹੜਾ ਸੈਸ਼ਨ ਹੈ ਨਾਮ ਮਿਲੇ ਤਾਂ ਜੀਵਾਂ। ਬਹੁਤ ਹੀ ਡੂੰਘਾ ਤੇ ਡੀਪ ਟੌਪਿਕ ਹੈ ਤੇ ਇਸ ਟੌਪਿਕ ਦੀ ਸਾਂਝ ਇਨ ਅ ਪ੍ਰੈਜੈਂਟੇਸ਼ਨ ਫਾਰਮ ਸਰਦਾਰ ਸੁਰਨਜੀਤ ਸਿੰਘ ਜੀ ਸਾਨੂੰ ਇਸ ਟੌਪਿਕ ਦੇ ਥਰੂ ਲੈ ਕੇ ਜਾਣਗੇ ਜੀ। ਅੱਜ ਟੌਪਿਕ ਅਸੀਂ ਵੈਸੇ ਵੀ ਇਹ ਇਨ ਐਂਡ ਆਊਟ ਹਰ ਰੋਜ਼ ਕਿਸੇ ਨਾ ਕਿਸੇ ਫਾਰਮ 'ਚ ਇਸ ਟੌਪਿਕ ਨੂੰ ਦੇਖ ਰਹੇ ਹਾਂ, ਸਮਝ ਰਹੇ ਹਾਂ, ਵਿਚਾਰ ਰਹੇ ਹਾਂ, ਪਰ ਇਸ ਟੌਪਿਕ ਦੇ ਜਿੰਨੇ ਵੀ ਫਾਰਮ ਹੋ ਜਾਣ ਉਹਨੇ ਘੱਟ ਨੇ। ਨਾਮ ਮਿਲੇ ਤਾਂ ਜੀਵਾਂ ਇਨ ਕਲਾਸਿਸ ਦਾ ਇੱਕ ਮਕਸਦ ਹੈ ਜਿਹੜਾ ਅਸੀਂ ਹੁਣ 193rd ਕਲਾਸ ਕਰ ਰਹੇ ਹਾਂ, ਇਹ ਇਸੇ ਲਈ ਕਰ ਰਹੇ ਹਾਂ। ਪਰ ਇਸ ਟੌਪਿਕ ਦੀ ਇੰਨੀ ਭੁੱਖ ਹੈ ਕਿ ਜਿੰਨੇ ਮਰਜ਼ੀ ਫਾਰਮਸ ਇਹਦੇ ਹੋ ਜਾਣ ਉਹ ਵੀ ਘੱਟ ਨੇ। ਹਰ ਚੀਜ਼ ਵਿੱਚ, ਹਰ ਕਲਾਸ ਵਿੱਚ ਇੱਕ ਨਵਾਂ ਆਊਟਲੁੱਕ ਸਾਨੂੰ ਦੇਖਣ ਨੂੰ ਜੇ ਅਸੀਂ ਉਹਨੂੰ ਆਬਜ਼ਰਵ ਕਰੀਏ ਤੇ ਆਓ ਜੀ ਰਲ ਕੇ ਆਬਜ਼ਰਵੇਸ਼ਨ ਕਰੀਏ, ਰਲ ਕੇ ਸਾਂਝ ਕਰੀਏ, ਵਿਚਾਰ ਕਰੀਏ ਤੇ ਅੱਜ ਦੇ ਟੌਪਿਕ ਦੇ ਉੱਤੇ ਲੈਟਸ ਕੁਇਕਲੀ ਜੰਪ। ਵੀਰ ਜੀ ਓਵਰ ਟੂ ਯੂ, ਲੈਟਸ ਸਟਾਰਟ ਦੀ ਕਲਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਇੱਕ ਵਾਰ ਫਿਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮ ਮਿਲੇ ਤਾਂ ਜੀਵਾਂ, ਜੋ ਅੱਜ ਦਾ ਟੌਪਿਕ ਲਿਆ ਹੈ ਨਾਮ ਨਾਲ ਜਾਣ ਪਛਾਣ, ਇਹਦਾ ਇੱਕ ਮੂਲ ਕਾਰਨ ਇਹ ਹੈ ਕਿ ਮੈਨੂੰ ਆਪ ਹੀ ਇਸ ਟੌਪਿਕ ਦੇ ਬਾਰੇ ਕੋਈ ਜ਼ਿਆਦਾ ਗਿਆਨ ਨਹੀਂ ਸੀ। ਮੈਂ ਕਿਹਾ ਅਗਰ ਥੋੜਾ ਬਹੁਤ ਰਿਸਰਚ ਕਰਨ ਦਾ ਮੌਕਾ ਮਿਲੇਗਾ ਤਾਂ ਹੀ ਥੋੜਾ ਇਸ ਤੇ ਗਿਆਨ ਵਧੇਗਾ ਵੀ। ਤੋ ਜੋ ਅੱਜ ਮੈਂ ਪ੍ਰੈਜੈਂਟੇਸ਼ਨ ਪੇਸ਼ ਕਰਨ ਜਾ ਰਿਹਾ, ਇਹ ਇਸ ਲਈ ਨਹੀਂ ਕਿ ਮੈਂ ਕੋਈ ਗਿਆਨ ਵੰਡਣ ਜਾ ਰਿਹਾ, ਬਲਕਿ ਇਸ ਲਈ ਕਿ ਮੈਂ ਸੰਗਤ ਤੋਂ ਇਹ ਪੁੱਛਣਾ ਚਾਹੁੰਦਾ ਕਿ ਕੀ ਮੇਰੀ ਜੋ ਨਾਮ ਦੇ ਬਾਰੇ ਸਮਝ ਹੈ ਉਹ ਠੀਕ ਹੈ ਕਿ ਨਹੀਂ। ਸੋ ਤੁਸੀਂ ਇਹਨੂੰ ਜਰਾ ਕ੍ਰਿਟੀਕਲੀ ਰਿਵਿਊ ਕਰਨਾ, ਕਿਉਂਕਿ ਮੈਂ ਪੂਰੀ ਤਰ੍ਹਾਂ ਸਿੱਖਣ ਦੇ ਮੂਡ 'ਚ ਆਏ ਦੇ ਬੇਅੰਤ ਗਲਤੀਆਂ ਵੀ ਹੋਈਆਂ ਹੋਣਗੀਆਂ। ਸੋ ਕੋਈ ਐਸਾ ਇੰਟੈਂਟ ਨਹੀਂ ਹੈ। ਆਲਰੇਡੀ ਬਹੁਤ ਜ਼ਿਆਦਾ ਇਹ ਜੋ ਵਿਸ਼ੇ ਹੈ ਚਰਚਾ ਦਾ ਵਿਸ਼ੇ ਬਣਿਆ ਅੱਜ ਕੱਲ੍ਹ। ਕਈ ਗਰੁੱਪਸ ਦੇ ਵਿਚਕਾਰ ਨਾਮ ਤੇ ਡਿਸਕਸ਼ਨ ਹੋ ਰਹੀ ਹੈ ਔਰ ਕਈ ਗਰੁੱਪਸ ਦੇ ਵਿੱਚੋਂ ਬਹੁਤ ਕੁਝ ਸਿੱਖਿਆ ਵੀ ਹੈ। ਅਸੀਂ ਇੱਥੇ ਵੀ ਪਹਿਲੇ ਨਾਮ ਤੇ ਡਿਸਕਸ਼ਨ ਹੋ ਚੁੱਕੀ ਹੈ, ਕਾਫੀ ਸਿੱਖਣ ਨੂੰ ਮਿਲਿਆ ਤੇ ਸੋਚਿਆ ਇਹਨੂੰ ਹੁਣ ਪੀਪੀਟੀ ਫਾਰਮ 'ਚ ਅਗਰ ਬਣਾਵਾਂਗੇ ਔਰ ਫਾਈਨਲੀ ਇਹਨੂੰ ਥੋੜਾ ਰਿਫਾਈਨ ਕਰ ਲਵਾਂਗੇ ਤੇ ਸ਼ਾਇਦ ਆਉਣ ਵਾਲੇ ਸਮੇਂ ਲਈ ਇੱਕ ਕਈ ਬੱਚਿਆਂ ਲਈ ਜਾਂ ਹੋਰਾਂ ਲਈ ਵੀ ਇੱਕ ਅਸੈਟ ਬਣ ਸਕਦਾ ਹੈ। ਪਰ ਅੱਜ ਜੋ ਹੈ ਸਾਡਾ ਵਿਚਾਰ ਉਹ ਇਹ ਹੈ ਕਿ ਇਹਦੇ 'ਚ ਤੁਸੀਂ ਬਹੁਤ ਕ੍ਰਿਟੀਕਲੀ ਇਹਨੂੰ ਰਿਵਿਊ ਕਰਕੇ ਕਮੈਂਟ ਕਰਨੇ ਹੈ। ਸੋ ਟੌਪਿਕ ਸ਼ੁਰੂ ਕਰਦੇ ਹਾਂ ਜੀ। ਨਾਮ ਮਿਲੇ ਤਾਂ ਜੀਵਾਂ, ਨਾਮ ਨਾਲ ਜਾਣ ਪਛਾਣ। ਸਾਡੀ ਜੋ ਰੋਜ਼ ਦੀ ਅਰਦਾਸ ਹੈ ਔਰ ਡੇਲੀ ਪ੍ਰੇਅਰ, ਉਹਦੇ ਵਿਚਕਾਰ ਅਸੀਂ ਅਗਰ ਦੇਖੀਏ ਤੇ ਅਸੀਂ ਕੁਝ ਥਾਵਾਂ ਤੇ ਨਾਮ ਦੀ ਗੱਲ ਕਰਦੇ ਹਾਂ। ਇੱਕ ਸੈਕਿੰਡ, ਅੱਗੇ ਕਿਉਂ ਨਹੀਂ ਜਾ ਰਿਹਾ? ਚਲੋ ਥੋੜਾ ਜਿਹਾ ਸਲੋ ਹੋਣਾ ਹੈ। ਇੱਕ ਤੇ ਆਂਦਾ ਜੀ ਦਾਨਾ ਸਿਰ ਦਾਨ ਨਾਮ ਦਾਨ, ਇੱਕ ਆਂਦਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੈ, ਔਰ ਇੱਕ ਆਂਦਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਤੋਂ ਇਲਾਵਾ ਵੀ ਇਨਡਾਇਰੈਕਟਲੀ ਜਿੱਥੇ ਨਾਮ ਵਰਡ ਨਹੀਂ ਇਸਤੇਮਾਲ ਹੋਇਆ, ਅਸੀਂ ਕਹਿੰਦੇ ਹਾਂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, ਤੇ ਉੱਥੇ ਵੀ ਨਾਮ ਦਾ ਹੀ ਜ਼ਿਕਰ ਹੈ ਔਰ ਨਾਮ ਤੇ ਬਹੁਤ ਜ਼ਿਆਦਾ ਫੋਕਸ ਹੈ। ਤੇ ਅਸੀਂ ਅਗਰ ਦੇਖੀਏ ਤੇ ਜਿਹੜਾ ਐਂਟਾਇਰ ਡਿਵੋਸ਼ਨ ਆਫ ਅ ਸਿੱਖ ਇਜ਼ ਨਾਮ ਸੈਂਟਰਿਕ। ਜਿਤਨੀ ਵੀ ਸਾਡੀ ਭਗਤੀ ਹੈ ਉਹਦਾ ਜੋ ਕੇਂਦਰ ਹੈ ਉਹ ਨਾਮ ਹੀ ਹੈ। ਇਸ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਸਾਨੂੰ ਨਾਮ ਦੇ ਬਾਰੇ ਮੈਕਸਿਮਮ ਕਲੈਰਿਟੀ ਹੋਣੀ ਚਾਹੀਦੀ ਹੈ। ਥੋੜਾ ਜਿਹਾ ਅਸੀਂ ਅੱਗੇ ਚੱਲ ਕੇ ਦੇਖਦੇ ਹਾਂ ਕਿ ਅੱਜ ਦਾ ਸਾਡੇ ਟੌਪਿਕ 'ਚ ਅਸੀਂ ਕੀ ਡਿਸਕਸ ਕਰਾਂਗੇ। ਮੈਨੂੰ ਥੋੜਾ ਸਮਾਂ ਘੱਟ ਸੀ, ਮੈਨੂੰ ਪੰਜਾਬੀ 'ਚ ਟਰਾਂਸਲੇਟ ਨਹੀਂ ਕਰ ਪਾਇਆ। So ਨਾਮ synonyms and manifestation fundamental to our existence, significance for our lives, why we fail to acquire naam, understanding of naam, pathway, experiential journey, amrit the treasure, ਸਾਡੀ prayers or ਉਹਦਾ grace, or
ਫਰਮ ਸ਼ਬਦ ਟੂ ਅੰਮ੍ਰਿਤ ਦਾ ਕੀ ਮਾਰਗ ਹੈ, ਉਹਨੂੰ ਇੱਕ ਕੰਡੈਂਸਡ ਫਾਰਮ 'ਚ ਵੀ ਦੇਖਣ ਦੀ ਕੋਸ਼ਿਸ਼ ਕਰਾਂਗੇ। ਔਰ ਫਾਈਨਲੀ ਨਾਮ ਦਾ ਕੀ ਰੰਗ ਹੈ। ਜੋ ਉੱਪਰ ਬਲੈਕ 'ਚ ਦਿਖਾਏ ਹੈ ਚਾਰ, ਉਹ ਇੱਕ ਤਰ੍ਹਾਂ ਦਾ ਇੰਟਰੋਡਕਸ਼ਨ ਹੈ, ਪਰ ਜੋ ਨਾਮ ਦੀ ਅੰਡਰਸਟੈਂਡਿੰਗ ਉਹ ਜੋ ਅਸੀਂ ਬਲੂ 'ਚ ਲਿਖਿਆ ਹੈ, ਉੱਥੋਂ ਦੀ ਜੋ ਟੌਪਿਕ ਸ਼ੁਰੂ ਹੁੰਦਾ, ਥੋੜਾ ਜਿਹਾ ਅਸੀਂ ਨਾਮ ਨੂੰ ਐਕਸਪੈਂਡ ਕਰਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲੇ ਅਸੀਂ ਨਾਮ, ਸਿਨੋਨਿਮਸ ਐਂਡ ਮੈਨੀਫੈਸਟੇਸ਼ਨ ਦੀ ਗੱਲ ਕਰੀਏ ਤੇ ਨਾਮ ਜੋ ਸਿਨੋਨਿਮਸ ਮਤਲਬ ਕਈ ਤਰੀਕੇ ਨਾਲ ਨਾਮ ਇਸਤੇਮਾਲ ਹੋਇਆ ਬਾਣੀ ਵਿੱਚ, ਜਿਵੇਂ ਕਿ ਨਾਮ ਔਕਣ ਦੇ ਨਾਲ ਔਰ ਨਾਮ ਮਮਾ ਮੁਕਤਾ ਦੇ ਨਾਲ ਨਾਮ ਇਸਤੇਮਾਲ ਹੋਇਆ। ਇਸ ਤੋਂ ਇਲਾਵਾ ਨਾਏ, ਨਾਏ, ਨਾਓ, ਨਾਓ ਵਗੈਰਾ ਵਗੈਰਾ ਹੋਰ ਵੀ ਹਨ। ਉਹ ਥੋੜਾ ਥੋੜਾ ਘਟਦਾ ਜਾਂਦਾ ਹੈ। ਜੋ ਮੋਸਟ ਪ੍ਰਚਲਿਤ ਜਾਂ ਇਹ ਕਹਿ ਸਕਦੇ ਹਾਂ ਜੋ ਮੈਕਸਿਮਮ ਟਾਈਮ ਆਇਆ ਹੈ, ਉਹ ਨਾਮ ਔਕੜ ਦੇ ਨਾਲ ਆਇਆ। ਔਕੜ ਦੇ ਵਾਲਾ ਨਾਮ ਤੋਂ ਬਾਅਦ ਮੁਕਤਾ ਵਾਲਾ ਨਾਮ ਹੈ, ਉਸ ਤੋਂ ਬਾਅਦ ਫਿਰ ਬਾਕੀ ਤਰ੍ਹਾਂ ਦਾ ਨਾਮ ਦਾ ਵੀ ਇਸਤੇਮਾਲ ਹੋਇਆ ਹੈ। ਸੋ ਕਈ ਜਗ੍ਹਾ ਤੇ ਕਈ ਅਲੱਗ-ਅਲੱਗ ਤਰੀਕੇ ਨਾਲ, ਇਹ ਸਭ ਦਾ ਮੀਨਿੰਗ ਇੱਕੋ ਹੀ ਹੈ, ਨਾਮ 'ਚ ਕੋਈ ਫਰਕ ਨਹੀਂ ਹੈ। ਥੋੜਾ ਜਿਹਾ ਜਦੋਂ ਅਸੀਂ ਸ਼ਬਦ ਦੇ ਰੈਫਰੈਂਸ ਦੇਖਦੇ ਹਾਂ ਤੇ ਥੋੜਾ ਚੇਂਜ ਆ ਵੀ ਜਾਂਦਾ ਹੈ, ਪਰ ਐਸ ਸੱਚ ਗੱਲ ਨਾਮ ਦੀ ਹੀ ਹੋ ਰਹੀ ਹੈ। ਹੁਣ ਅਗਰ ਅਸੀਂ ਦੇਖੀਏ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚਕਾਰ ਜੋ ਨਾਮ ਹੈ ਉਹ कितनी को बार आया है, तो जो नाम औकड़ दे नाल आया है वो है करीब 3300 बार, और जो मुक्ता वाला है वो 700 बार तो ज्यादा आया है। तो करीब 4200 बार ते नाम यही हो गया। सो अगर असी देखिए तो एवरेज करीब 3 बार नाम हर अंग ते आ जाता है। अगर असी 1430 पन्ने मान के चलिए, अंग मान के चलिए तो करीब 3 बार एवरेज है। और ये फिगर हो सकता है बिल्कुल एक्यूरेट ना होए, 3300 तो ज़्यादा जे काउंटिंग चल रही है, कई जगह कईयां ने बहुत एक्यूरेटली किया, यानी मैनू कितों रेफरेंस मिले है, सो आई थॉट लेट मी शेयर इट। नाम जो सब नाल पहली बार गुरु ग्रंथ साहब चाहता है वो सतनाम दे नाल जुड़िया होया, ताकि वो नाम जो है वो एटर्नल है, वो हमेशा रहने वाला है। और जो फाइनली नाम आया वो भी लास्ट पंक्ति च भी आया। तो गुरु ग्रंथ साहब की पहली पंक्ति और लास्ट पंक्ति दोनों दे विच ही नाम अंकित है। नानक नाम मिले ता जीवा तन मन थी वह हरिया। इत्थे समाप्ति हो जाती है शब्दों की, इस तो बाद राग माला है। सो असी देख सकते हैं कि नाम की इंपॉर्टेंस इन्नी ज्यादा है कि उन्होंने करीब 4200 बार गुरु ग्रंथ साहब च उहदा आना और पहली पंक्ति तो आखिरी पंक्ति तक नाम की गल करनी बहुत बहुत ज्यादा एम्फेसिस है। और इस करके जरूरी भी है कि असी इनू समझिए। अगर असी डेफिनेशन देखिए तो जो साडे कोल 2 रेफरेंसेस मैं ले हैं, एक महान कोश भाई कान सिंह जी नाभा दा और दूसरा इंग्लिश डिक्शनरी की नाम दा मतलब की है। भाई कान सिंह नाभा जी दे साहब किसी वस्तु दा बोध कराउण वाला शब्द, a word that makes us realize something, कि सानू ना आंदे ही सामने कुछ फील आए, कुछ रियलाइज होए, कुछ गुण सामने आन, कुछ पिक्चर सामने आए, कुछ उदियां करैक्टरिस्टिक सामने आन, सो सानू दा बोध होए, उदी रियलाइजेशन होए। इंग्लिश डिक्शनरी च भी कोई बहुत ज्यादा डिफरेंट नहीं है मीनिंग। उदे च लिखा है ए वर्ड और सेट ऑफ वर्ड्स बाय विच ए पर्सन और थिंग इज नोन, एड्रेस्ड और रेफर टू। दैट मीनस अगर असी नाम की गल करिए जे असी किनू रेफर कर रहे हैं, असी उदी गल भी कर सकते हैं, उदा पता भी हो सकता है, नाम उदे बारे जानकारी भी हो सकती है। ये इंग्लिश की डिक्शनरी है। और अगर असी जो गुरबाणी च नाम आया है वो फिर परमात्मा दा नाम दे तौर ते उदी रियलाइजेशन नाल जुड़ के ही आया है। उदी रियलाइजेशन दे जो स्टेप्स हैं असी अगे हुण आज डिस्कस करन जा रहे हैं। सो डेफिनेशन तक ते ये है। इस तो बाद असी देखते हैं कि नाम जड़ा दैट इज फंडामेंटल टू आवर एग्जिस्टेंस। साडी जो होंद है उदा जो बेस है वो नाम है गुरबाणी दे आधार ते। असी कुछ कु बाणी चो हुण इस तरह की बाणी जदों नाम 4200 बार आया है तो साडे कोल बहुत ज्यादा शब्दों का भंडार है जिन्हों असी रेफर कर सकते सी अज। पर कोशिश ये की गई है कि वो शब्द लईए जिहड़े कि बहुत प्रचलित ने, जिन्हां नाल असी ऑलरेडी जानकार हाँ, ताकि सानू बहुत ज्यादा डिस्कशन की जरूरत ना पे, समा थोड़ा घट है। सो बड़े जो कॉमन जे शब्द हैं वो ले गए हैं। ते जेता कीता तेता नाउ विण नावे नाही को थाओ।
that means it is fundamental to our existence। ਸਾਡੀ ਜੋ ਅੱਜ ਅਸੀਂ ਗੱਲ ਕਰ ਪਾ ਰਹੇ ਹਾਂ, ਅਸੀਂ ਬੈਠੇ ਹਾਂ, ਅਸੀਂ ਵਿਚਾਰ ਕਰ ਰਹੇ ਹਾਂ, ਇਸ ਦੇ ਪਿੱਛੇ ਨਾਮ ਹੀ ਹੈ ਜੋ ਚੱਲ ਰਿਹਾ। ਜੇ ਤਾਂ ਕਿ ਉਹਦੇ ਬਿਨਾ ਕਹਿੰਦੇ ਕੁਝ ਹੈ ਹੀ ਨਹੀਂ, ਵਿਣ ਨਾਵੇਂ ਨਾਹੀਂ ਕੋ ਥਾਉ, ਕਿ ਅਗਰ ਨਾਮ ਨਾ ਹੁੰਦਾ ਤੇ ਫਿਰ ਇਹ ਸਭ ਹੋਣਾ ਹੀ ਨਹੀਂ ਸੀ। ਬਹੁਤ ਹੀ ਮਤਲਬ ਵੱਡੀ ਸਟੇਟਮੈਂਟ ਹੈ, ਬਹੁਤ ਵੱਡੀ ਰਿਵੋਲੂਸ਼ਨ ਹੈ। ਔਰ ਸਾਨੂੰ ਇਹ ਸਿੰਪਲ ਜਿਹੇ ਮਤਲਬ ਕੁਝ ਵਰਡਸ ਦੇ ਵਿਚਕਾਰ ਇੰਨੀ ਵੱਡੀ ਗੱਲ ਕੀ ਹੈ ਜੋ ਅਸੀਂ ਸਾਇੰਟੀਫਿਕਲੀ ਨਹੀਂ ਗੱਲ ਕਰਦੇ ਹਾਂ, ਪਰ ਜੋ ਸਾਡਾ ਸਪਿਰਿਚੁਅਲ ਵਰਲਡ ਹੈ ਉਹਦੇ ਵਿਚਕਾਰ ਨਾਮ ਦੀ ਗੱਲ ਆ ਰਹੀ ਹੈ। ਹੁਣ ਅਗਰ ਅਸੀਂ ਇਹ ਦੇਖੀਏ ਤੇ ਨਾਮ ਵਰਡ ਜੋ ਹੈ ਉਹ ਗੁਰੂ ਨਾਨਕ ਸਾਹਿਬ ਪਹਿਲੇ ਨਹੀਂ ਹਨ ਜਿਨ੍ਹਾਂ ਨੇ ਇਸਤੇਮਾਲ ਕੀਤਾ ਹੈ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਤਨੇ ਭਗਤ ਹੋਏ ਆ ਉਹਨਾਂ ਨੇ ਨਾਮ ਦੀ ਗੱਲ ਕੀਤੀ ਹੈ। ਨਾਮ ਦੀ ਗੱਲ ਕ੍ਰਿਸਚੀਅਨਿਟੀ, ਇਸਲਾਮ ਔਰ ਹਿੰਦੂਇਜ਼ਮ ਦੇ ਵਿੱਚ ਵੀ ਹੋਈ ਹੈ। ਪਰਮਾਤਮਾ ਦੇ ਨਾਮ ਦੀ, ਪਰਮਾਤਮਾ ਨੂੰ ਯਾਦ ਕਰਨ ਦੀ। That means this is something very common between all religions। ਇੱਕ ਨਾਮ ਐਸੀ ਚੀਜ਼ ਹੈ ਜੋ ਸਾਰੇ ਧਰਮਾਂ ਨੂੰ ਵੀ ਜੋੜ ਰਿਹਾ ਹੈ ਇੱਕ ਤਰ੍ਹਾਂ ਨਾਲ। ਹੁਣ ਇਹ ਗੱਲ ਵੱਖਰੀ ਹੈ ਕਿ ਜੋ ਨਾਮ ਤੱਕ ਪਹੁੰਚਣ ਦਾ ਮਾਰਗ ਦਿੱਤਾ ਗਿਆ ਉਹ ਸਭ ਦਾ ਵੱਖਰਾ ਹੈ। ਜਿਵੇਂ ਪਰਮਾਤਮਾ ਸਾਰੇ ਧਰਮਾਂ 'ਚ ਕਾਮਨ ਮੰਨ ਸਕਦੇ ਹਾਂ, ਉਸ ਤਰ੍ਹਾਂ ਨਾਮ ਦੀ ਵੀ ਗੱਲ ਸਭ ਧਰਮਾਂ ਨੇ ਕੀਤੀ ਹੈ, ਕਿਉਂਕਿ ਸਾਡਾ ਫੰਡਾਮੈਂਟਲ ਟੂ ਆਵਰ ਐਗਜ਼ਿਸਟੈਂਸ ਹੈ। ਹੁਣ ਅਸੀਂ ਅੱਗੇ ਦੇਖੀਏ ਤੇ ਇਹਨੂੰ ਬਿਲਕੁਲ ਮੈਕਰੋ ਲੈਵਲ ਟੂ ਮਾਈਕਰੋ ਲੈਵਲ ਭਗਤ ਰਵਿਦਾਸ ਜੀ ਕਹਿੰਦੇ, ਨਾਮ ਤੇਰੋ ਆਰਤੀ ਮਜਨ ਮੁਰਾਰੇ, ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ, ਨਾਮ ਤੇਰੋ ਆਸਨੋ, ਨਾਮ ਤੇਰੋ ਉੜਸਾ, ਨਾਮ ਤੇਰੋ ਕੇਸਰੋ ਲੈ ਛਿਟਕਾਰੇ। ਮੈਂ ਪੂਰਾ ਸ਼ਬਦ ਨਹੀਂ ਪੜਦਾ, ਆਈ ਥਿੰਕ ਆਰਤੀ ਵਿਚਕਾਰ ਰੋਜ਼ ਅਸੀਂ ਇਹ ਸ਼ਬਦ ਸੁਣਦੇ ਹਾਂ। ਔਰ ਇਹ ਤੁਹਾਡਾ ਮਾਈਕਰੋ ਲੈਵਲ ਤੇ ਹੈ। ਮੈਕਰੋ ਲੈਵਲ ਤੇ ਪੂਰੀ ਸ੍ਰਿਸ਼ਟੀ ਹੀ ਨਾਮ ਤੇ ਵਿੱਚ ਹੈ। ਔਰ ਇਸੀ ਨੂੰ ਐਕਸਪੈਂਡ ਕਰਕੇ ਭਗਤ ਰਵਿਦਾਸ ਜੀ ਕਹਿ ਰਹੇ, ਮੈਂ ਐਸੀ ਕਿਹੜੀ ਚੀਜ਼ ਦੱਸਾਂ ਜਿਹਦੇ ਵਿੱਚ ਪਰਮਾਤਮਾ ਤੇਰਾ ਨਾਮ ਮੈਨੂੰ ਨਹੀਂ ਦਿਖਦਾ। ਮੈਂ ਕਿਸੇ ਨੂੰ ਵੱਖਰੀ ਇੰਪੋਰਟੈਂਸ ਨਹੀਂ ਦੇ ਸਕਦਾ, ਕਿਉਂਕਿ ਹਰ ਚੀਜ਼ ਦੇ ਵਿੱਚ ਪਰਮਾਤਮਾ ਤੇਰਾ ਨਾਮ ਦਿਖ ਰਿਹਾ ਮੈਨੂੰ। ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਦੀਵੇ 'ਚ ਵੀ ਹੈ ਤੇ ਬਾਤੀ ਵਿੱਚ ਵੀ ਹੈ। ਨਾਮ ਤੇਰੋ ਤੇਲ ਲੈ ਮਾਹੇ ਪਸਾਰੇ, ਇੱਥੇ ਹੀ ਨਹੀਂ ਜੋ ਤੇਲ ਜਲ ਰਿਹਾ ਉਹਦੇ ਵਿੱਚ ਵੀ ਪਸਾਰਾ ਨਾਮ ਦਾ ਹੀ ਹੈ। ਹੁਣ ਇਹਦਾ ਸਾਡੀ ਲਾਈਫ ਦੇ ਵਿੱਚ ਕੀ ਸਿਗਨੀਫੀਕੈਂਸ ਹੈ, ਅਸੀਂ ਉਹ ਦੇਖਣਾ ਹੈ। ਇਹ ਤੇ ਸ੍ਰਿਸ਼ਟੀ ਦੀ ਗੱਲ ਹੋਗੀ ਜਿੱਥੇ ਪਰਮਾਤਮਾ ਦੇ ਹੋਣ ਦੀ ਗੱਲ ਹੈ। ਲਿਵਿੰਗ ਇਨ ਸਪਿਰਿਚੁਅਲ ਇਕੋਸਫੇਅਰ, ਗੁਰੂ ਸਾਹਿਬ ਕਹਿੰਦੇ, ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾ। ਕਹਿੰਦੇ ਅਗਰ ਸਪਿਰਿਚੁਅਲ ਵਰਲਡ ਦੇ ਵਿੱਚ ਮੈਂ ਜਿੰਦਾ ਤਾਂ ਤੱਕ ਹੀ ਜਿੰਦਾ ਪਰਮਾਤਮਾ, ਜਦ ਤੇਰੇ ਨਾਲ ਦੇ ਨਾਲ ਮੈਂ ਕਨੈਕਟਡ ਹਾਂ। ਆਖਣ ਦਾ ਮਤਲਬ ਹੈ ਕਨੈਕਟਡ ਹਾਂ। ਪਰ ਉਹ ਕਹਿੰਦੇ ਕਿ ਕਨੈਕਟ ਰਹਿਣਾ ਸੌਖਾ ਵੀ ਨਹੀਂ ਹੈ। ਗੁਰੂ ਸਾਹਿਬ ਨੇ ਇੱਥੇ ਕੌਸ਼ਨ ਵੀ ਕੀਤਾ ਹੈ, ਕਿਉਂਕਿ ਸਾਡੇ ਹੱਥੋਂ ਨਿਕਲ ਜਾਣਾ ਹੈ, ਅਸੀਂ ਕਨੈਕਟ ਰਹਿ ਨਹੀਂ ਸਕਦੇ ਹਰ ਵੇਲੇ। ਆਖਾਂ ਜੀਵਾਂ ਵਿਸਰੇ ਮਰ ਜਾਉ, ਕਿੰਨੀ ਵੱਡੀ ਗੱਲ ਕੀ ਹੈ ਕਿ ਮੈਂ ਸਪਿਰਿਚੁਅਲੀ ਜਿੰਦਾ ਹੀ ਤਾਂ ਹੈ, ਆਤਮਿਕ ਤੌਰ ਤੇ ਜੀਵਨ ਹੀ ਤਾਂ ਹੈ ਜੇ ਮੈਂ ਨਾਮ ਦੇ ਨਾਲ ਜੁੜਿਆ ਹੋਇਆ। ਅਗਰ ਨਾਮ ਨਾਲ ਨਹੀਂ ਜੁੜਿਆ ਤੇ ਫਿਰ ਅਸੀਂ ਇੱਕ ਤਰ੍ਹਾਂ ਦੇ ਨਾਲ ਡੈਡ ਬੋਡੀ ਦੀ ਤਰ੍ਹਾਂ ਹੀ ਹਾਂ। The very purpose of being human, ਕਹਿੰਦੇ ਜਿੰਨੀ ਐਸਾ ਹਰ ਨਾਮ ਨ ਚੇਤੇ ਉਸੇ ਕਾਹੇ ਜਗਾਏ ਰਾਮ ਰਾਜ। ਕੁਐਸਚਨ ਹੀ ਰੇਜ਼ ਕਰਤਾ, ਕਹਿੰਦੇ ਜੇ ਨਾਮ ਹੀ ਨਹੀਂ ਚੇਤਣਾ ਸੀ ਫਿਰ ਦੁਨੀਆ 'ਚ ਆਏ ਹੀ ਕਿਉਂ। ਇਹ ਮਾਨਸ ਜਨਮ ਦੁਰਲੰਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਇਹ ਤੇ ਜੀਵਨ ਵਿਅਰਥ ਜਾ ਸਕਦਾ ਅਗਰ ਅਸੀਂ ਨਾਮ ਨਾਲ ਨਹੀਂ ਜੁੜੇ। ਇਹ ਸਾਡੀ ਲਾਈਫ ਨਾਲ ਕਨੈਕਟਡ ਕੁਝ ਸ਼ਬਦ ਨੇ ਜਿਹੜੇ ਸਾਨੂੰ ਬਹੁਤ ਵੱਡਾ ਹੁਲਾਰਾ ਦਿੰਦੇ ਆ ਕਿ ਨਾਮ ਨੂੰ ਸਮਝੋ, ਨਾਮ ਨਾਲ ਜੁੜੋ, ਨਾਮ ਤੱਕ ਪਹੁੰਚੋ। ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਤੇ ਕਹਿੰਦੇ ਆ ਕਿ ਇਟਸ ਅ ਸੋਰਸ ਆਫ ਬਲਿਸਫੁਲ ਲਾਈਫ। ਇਹੀ ਨਾਮ ਜੋ ਸਾਡੇ ਜੀਵਨ ਵਿੱਚ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਮੈਂ ਜੀਵਨ ਦੇ ਵਿੱਚ ਸੁਖ ਭਾਲਦਾ, ਹਰ ਇਨਸਾਨ ਜੀਵਨ ਸੁਖ ਭਾਲ ਰਿਹਾ, ਔਰ ਕਿਤੇ ਹੋਰ ਸੁਖ ਨਹੀਂ ਮਿਲਣਾ ਜੇ ਅਸੀਂ ਨਾਮ ਨਾਲ ਨਹੀਂ ਜੁੜੇ। ਜਿਸ ਚੀਜ਼ ਦੀ ਤਲਾਸ਼ ਵਿੱਚ ਮੈਂ ਹਾਂ ਉਹ ਨਾਮ ਦੇ ਵਿੱਚ ਹੀ ਹੈ। ਇਹ ਇੱਥੇ ਜੋ ਨੀਚੇ ਨਿਊਮਰਲਸ ਲਿਖਿਆ ਉਹ ਮਹਿਲਾ ਚੌਥਾ ਔਰ ਅੰਗ 13, ਉਹ ਥੋੜਾ ਜਿਹਾ ਸ਼ਾਰਟ ਵਿਚਕਾਰ ਲਿਖਿਆ ਹੋਇਆ। ਸੋ ਬੜੀ ਹੀ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਹੋਰ ਕਿਤੋਂ ਸੁੱਖ ਨਹੀਂ ਮਿਲਣਾ, ਜੇ ਨਾਮ ਨਾਲ ਨਾ ਜੁੜੇ ਤੇ ਸਾਡਾ ਕੋਈ ਸੁੱਖ ਦਾ ਵੀ ਆਧਾਰ ਨਹੀਂ ਰਹੇਗਾ। ਹੁਣ ਅਗਰ ਅਸੀਂ ਨਾਮ ਨੂੰ ਇਨਸਿਗਨੀਫੀਕੈਂਟ ਮੰਨ ਲਈਏ, ਜੀਵਨ 'ਚ ਅਸੀਂ ਧਿਆਨ ਨਾ ਦਈਏ, ਤਾਂ ਫਿਰ ਕੀ ਹਾਲਾਤ ਹੁੰਦੇ ਹੈ ਉਹ ਵੀ ਗੁਰੂ ਸਾਹਿਬ ਨੇ ਕਲੀਅਰ ਕਰ ਦਿੱਤਾ ਹੈ। ਕਹਿੰਦੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਹੋ ਰਹਾਓ। नाम बिना जो पैरे खाए ज्यों कुकर जूठन में पाए, नाम बिना जेता व्यवहार ज्यों मृतक मिथ्या सिगार। नाम विसार करे रस भोग सुख सुपने नहीं तन में रोग,
नाम त्याग करे अनकाज, बिनस जाए झूठे सब पाज, नाम संग मन प्रीत न लावे, कोट करम कर तो नरक जावे, हर का नाम जिन मन न आराधा, चोर की न्याय जमपुर बाधा, लाख अडंबर बहुत विस्तारा, नाम बिना झूठे पासारा, हर का नाम सोई जन ले, कर कृपा नानक जिस दे। इस नाल ज्यादा स्पष्ट शब्दां च की कहणगे, कितने कोई एम्बीग्यूटी नहीं छोड़ी। नाम दा सिग्निफिकेंस लाइफ च की है दस दिता, और अगर नाम नाल नहीं जुड़े तो ये भी दस दिता। सो कैन वी अफोर्ड टू इग्नोर द वैल्यू ऑफ नाम? कि मतलब ਅਸੀਂ ਜੀਵਨ ਵਿੱਚ ਕਹਿ ਸਕਦੇ ਹਾਂ ਚਲੋ ਕੋਈ ਗੱਲ ਨਹੀਂ ਜੀ ਰਹਿਣ ਦਿੰਦੇ ਆ, ਕੋਈ ਐਸੀ ਗੱਲ ਨਹੀਂ, ਆਪਣਾ ਤੇ ਉਦਾਂ ਹੀ ਠੀਕ ਚੱਲ ਰਿਹਾ, ਆਪਣੀ ਮੱਤ ਠੀਕ ਚੱਲੀ ਜਾ ਰਹੀ। ਸੋ ਨਾਮ ਦੇ ਬਿਨਾ ਕੀ ਜੀਵਨ ਹੈ, ਨਾਮ ਨਾਲ ਕੀ ਜੀਵਨ ਹੈ, ਸੁਖ ਮੰਡਾ ਹੈ, ਉਹ ਸਭ ਗੁਰੂ ਸਾਹਿਬਾਨ ਨੇ ਬਾਣੀ ਵਿੱਚ ਬਿਲਕੁਲ ਸਪਸ਼ਟ ਦੱਸ ਦਿੱਤਾ। ਵਾਈ ਵੀ ਫੇਲ ਟੂ ਐਕਵਾਇਰ, ਐਸੀ ਕਿਹੜੀ ਗੱਲ ਹੈ ਜੇ ਅਸੀਂ ਨਾਮ तक नहीं पहुंच पाते, नाम का असी रस नहीं लै पाते, नाम सानू नहीं छूंदा, असी सुपरफिशियल ही दुनिया चली जा रहे हैं। तो ये समझना भी जरूरी है, क्योंकि जब तक सानू अपनियां वीकनेसिस नहीं पता होणगियां असी उन्हां तो ओवरकम भी नहीं कर सकांगे। एक ते गुरु साहब कहते हैं कि रस सोयडा रस रूपा कामन, रस परमल की वास, रस घोड़े रस सेजा मंदर, रस मीठा रस मास, इते रस शरीर के कह घट नाम निवास। हुण मेरे मत विच, मेरे मन विच, मेरी बुद्धि विच, मेरी समझ विच जो भरिया होया है वो ते दुनियावी सारे रस ने, और इतनी तरह भर दिते हैं कि नाम दे लई जगह छड्डी नहीं। इन्हां चों थोड़े बाहर निकलने शुरू होणगे ते नाम आना शुरू होएगा। असीं ते पूरी तरह नाल ऑक्यूपाइड हां। साडा जो मत है, जो साडा मन है, वो इस पासे तुरदा ही नहीं है। तुरेगा किस तरह? क्योंकि जदों असीं नाम भी, जदों असीं पाठ भी कर रहे हुंदे हां ते ध्यान ते किते होर ही हुंदा है। जिवें कि गुरु साहिबान भी कहंदे सी मैं नमाज पढ़न नूं तैयार हां जे तुसीं भी नाल नमाज पढ़ोगे। हालत साडी भी होई है कि असीं बाणी ते पढ़ रहे हुंदे हां पर साडा ध्यान किते होर हुंदा है कि अज फलाणी चीज लैण जाना है, फलाणे नूं मिलण जाना है, उहनूं इह कहना है, इह करना है। वो साडे बाहर दे रस ने जिहड़े सानू खिच्ची जा रहे ने। सो रस सोयना रस रूपा कामन, रस परमल की वास। बड़े स्पष्ट शब्दां च गुरु साहब ने कहा, इते रस शरीर के कै घट नाम निवास। नाम निवास लई दस तू जगह कित्थे छड्डी है? किते है जिथे आके नाम वस सकदा? अगे चल के दसदे हैं भी असीं क्यों फेल हो जांदे हां। कहंदे असीं आसा दी वार विच रोज छंद पढ़दे हां, पंथ दसावा नित खड़ी मुंद, जोबन बाली राम राजे, हर हर नाम चिताए गुर हर मार्ग चाली। पढ़ असीं रोज रहे हां। कई बार ऐसा है कि असीं नाम बनाउण दी कोशिश करदे हां कि जिवें असीं नाम नूं जानना चाहते हां ते असीं नित नित पुछदे हां भी सानूं मार्ग दस दिओ, सानूं कोई समझा दिओ, कोई विचार करो साडे नाल, सानूं दसो ते सही नाम की है, परमात्मा तक किवें पहुंचना है, वो मार्ग की है। असीं डिस्कस करन नूं ते तैयार हां, वो भी नित नित तैयार हां। पंथ दसावा नित खड़ी, रोज आंदे आ, गुरुद्वारे भी जाईदा, पूरा सब जो भी नियम है फॉलो हो रहे ने। मुंद जोबन बाली राम राजे, पर जो मेरी जीव आत्मा है वो जोबन अपनी भरी जवानी दे विच भी बाली है, इग्नोरेंट है। वो नहीं देख पा रही कि मैं सिर्फ फॉर्मेलिटी पूरी हो रही है, इस करके नाम तक असीं नहीं पहुंच पाते। और वो नाल ही अरदास करते हैं, हर हर नाम चिताए गुर हर मार्ग चाली। परमात्मा सानू नाम चिता कहांगी तेरे मार्ग ते चल सकी। असीं मार्ग ते चल नहीं रहे हैं, मार्ग दा पता जरूर पूछ रहे हैं रोज कि नॉर्थ जाना है कि ईस्ट जाना है, उत्थे तक जाके रुके हैं, इसी करके असीं नाम तक नहीं पहुंच पाते। फर्दर कहते हैं, वाई वी आर नॉट एबल टू एक्वायर और रीच नाम इज, ना तू आवे वस बहुत किणावणे, ना तू आवे वस वेद पढ़ावणे, ना तू आवे वस तीरथ नाईए, ना तू आवे वस धरती पाईए। एक्चुअल च असीं वो सब दिखावे दे तौर ते भी करी जा रहे हैं, जिहदे नाल सानू लगदा है कि असीं परमात्मा नाल जुड़े हैं, पर इन्हां नाल परमात्मा साडे वस च नहीं आना, असीं नाम तक नहीं पहुंच सकांगे। आहिस्ता आहिस्ता असीं कर्मकांडी होंदे जा रहे हैं। और मनदीप भैन जी ने अपने करीब करीब हर सैशन दे विचकार कवर किया है कि असीं कितने ज्यादा कर्मकांडी हो चुके हैं।
ਤੇ ਜੇ ਇਤਨੇ ਕਰਮਕਾਂਡੀ ਹੋਵਾਂਗੇ ਤੇ ਅਸੀਂ ਨਾਮ ਤੱਕ ਕਿੱਥੋਂ ਪਹੁੰਚਾਂਗੇ? ਅਸੀਂ ਤੇ ਫੇਲ ਹੀ ਹੋਣਾ ਹੈ। ਸੋ ਵਾਈ ਵੀ ਫੇਲ ਟੂ ਰੀਚ ਨਾਮ, ਉਹ ਵੀ ਕਲੀਅਰ ਹੋ ਜਾਂਦਾ ਜੇ ਅਸੀਂ ਉਹਨੂੰ ਨਹੀਂ ਪਹੁੰਚ ਪਾਉਂਦੇ। ਸੋ ਅਸੀਂ ਕੁਝ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ। ਇੱਕ ਤੇ ਨਾਂ ਦਾ ਸਾਡੇ ਕੋਲ ਥਾਨ ਕੋਈ ਨਹੀਂ ਹੈ, ਸਾਡੇ ਮਤ ਦੇ ਵਿਚਕਾਰ ਕੋਈ ਜਗ੍ਹਾ ਹੀ ਨਹੀਂ ਛੱਡੀ, ਸਾਡੇ ਇੰਨੇ ਸਾਰੇ ਰਸ ਹੈ। ਇਸ ਤੋਂ ਇਲਾਵਾ ਹੁਣ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਅਸੀਂ ਕਰਮਕਾਂਡੀ ਹੋ ਗਏ, ਕਰਮਕਾਂਡੀ ਹੋ ਕੇ ਸਾਡੇ ਕੋਲ ਕੋਈ ਹੋਰ ਇਹ ਤਰੀਕਾ ਗੁਰੂ ਸਾਹਿਬ ਨੇ ਪੂਰੀ ਤਰ੍ਹਾਂ ਨਾਲ ਇਸ ਨੂੰ ਰਿਜੈਕਟ ਕੀਤਾ ਕਰਮਕਾਂਡੀ ਹੋਣ ਲਈ, ਤੇ ਇਸ ਤਰ੍ਹਾਂ ਨਾਲ ਤੇ ਅਸੀਂ ਨਾਮ ਤੱਕ ਕਦੀ ਨਹੀਂ ਪਹੁੰਚ ਪਾਵਾਂਗੇ। ਹੁਣ ਅਸੀਂ ਆਉਂਦੇ ਹਾਂ ਜੀ, ਅਸੀਂ ਨਾਮ ਨੂੰ ਪਹਿਲੇ ਸਮਝ ਲਈਏ, ਨਾਮ ਹੈ ਕੀ ਹੈ, ਨਾਮ ਕੀ ਚੀਜ਼ ਹੈ, ਅਸੀਂ ਕਿਹਨੂੰ ਨਾਮ ਕਹਿੰਦੇ ਹਾਂ। ਆਹਿਸਤਾ ਆਹਿਸਤਾ ਅਸੀਂ ਸਬਜੈਕਟ ਦੇ ਹੋਰ ਅੰਦਰ ਜਾਣ ਦੀ ਕੋਸ਼ਿਸ਼ ਕਰਾਂਗੇ। ਇੱਕ ਤੇ ਨਾਮ ਜੋ ਹੈ ਉਹਦੀ ਓਮਨੀ ਪ੍ਰੈਜ਼ੈਂਸ, ਹਾਲਾਂਕਿ ਇਹਦੀ ਵੀ ਗੱਲ ਪਹਿਲੇ ਆ ਚੁੱਕੀ ਹੈ। सो नाम जो है ओमनी प्रेजेंट है। 14 हुक्म वर्ते प्रभ तेरा, 14 नाम पतालंग, सब में सबद वर्ते प्रभ साचा, करम मिले बेआलम। वो कहते परमात्मा चाहो चारों दिशाओं तेरा हुक्म वरत रहा है, और जो नाम पतालंग है, वो जो नाम है वो हर पाताल, हर धरती उत्ते, हर क्रिएशन दी, हर खंड ब्रह्मंड दे विचकार, वो हर दिशा दे विचकार है। ते ओनू हुक्म दे थ्रू उन्होंने एक बार नवा वर्ड नाल यूज किया है, 14 हुक्म वर्ते प्रभ तेरा, नाम दे नाल जोड़िया, 14 नाम पतालन, नाल ही शब्द नू भी जोड़िया, सब में शब्द वर्ते प्रभ साचा, करम मिले बेआलन। इस भेद नू हुण असीं अगे चल के खोलांगे, खोलण दी कोशिश करांगे कि गुरु साहब शब्द नू, हुक्म नू, नाम नू, अमृत नू, इस सब नू किद्दां नाल लैके चलदे। तो ਇਹ ਜਿਹੜੇ ਵਰਡ ਨੇ ਇੰਟਰਚੇਂਜੇਬਲੀ ਵੀ ਯੂਜ਼ ਹੋਏ ਆ, ਪਰ ਇਹਨਾਂ ਦਾ ਇੱਕ ਆਪਣਾ ਆਪਣਾ ਵੀ ਇੱਕ ਸਪੈਸੀਫਿਕ ਮੀਨਿੰਗ ਹੈ। ਹਾਲਾਂਕਿ ਕਿਤੇ ਕਿਤੇ ਬਾਣੀ ਸਾਨੂੰ ਇਹ ਫੀਲ ਆਉਂਦਾ ਹੈ ਕਿ ਇੰਟਰਚੇਂਜੇਬਲੀ ਯੂਜ਼ ਹੋਏ ਨੇ। ਇਹਦੀ ਅੰਡਰਸਟੈਂਡਿੰਗ ਵਾਸਤੇ ਅਸੀਂ ਅਗਲਾ ਸ਼ਬਦ ਲੈਂਦੇ ਨਾਮ ਐਂਡ ਹੁਕਮ, ਜਿੱਥੇ ਕਿ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦਿਆ ਬੁਝਾਏ ਜੀਓ। उस एक दा जो नाम है हुक्म दे अंदर ही छुपया हुआ है। एक को नाम हुक्म है, नानक सतगुरु दिया बुझाए जी। सतगुरु ने दस दिता है कि तुसी हुक्म च आ जाओ, हुक्म नू समझो, हुक्म नू मनो। अगर नाम नहीं समझ आ रहा, जितना हुक्म समझ आंदा है उस हुक्म नू समझो, उस हुक्म नू मनो, उस हुक्म नू किस लेवल ते ले जाओ कि नाम प्रगट होए। असीं उहदे बारे आज डिस्कस करांगे। सो एक को नाम हुक्म है, हुक्म दे अंदर ही सब वसिया होया हो। हुक्म इन एक्शन, एक छोटी जी एग्जाम्पल ले रहे हैं कि असी किस तरह उन्होंने एहसास नू महसूस करना है। कहते बार व्यवस्था तुझे प्यारे दूत, भर जो बन भोजन सुख सूद, बिरद भयाओ पर साख सैन, मुख प्याओ बैठ कौ देन, ए निर्गुण गुण कछु न बूझे, बख्श ले हो तो नानक सीजे। सुखमनी साहब अष्टपदी ਅਸੀਂ ਪੜ੍ਹਦੇ ਹਾਂ, ਅਕਸਰ ਪੜ੍ਹਦੇ ਹਾਂ। ਇੱਥੇ ਇੱਕ ਪਰਮਾਤਮਾ ਦਾ ਹੁਕਮ ਹੈ, ਪਰਮਾਤਮਾ ਦਾ ਨਿਯਮ ਹੈ, ਰੱਬੀ ਨਿਯਮ ਹੈ। ਹੁਕਮ ਨੂੰ ਅਸੀਂ ਪਰਮਾਤਮਾ ਦਾ ਕਨਸਟੀਟਿਊਸ਼ਨ ਵੀ ਕਹਿ ਸਕਦੇ ਹਾਂ। ਉਹ ਕਨਸਟੀਟਿਊਸ਼ਨ ਜਿਹਦੇ ਹਿਸਾਬ ਨਾਲ ਸ੍ਰਿਸ਼ਟੀ ਚੱਲ ਰਹੀ ਹੈ, ਉਹ ਨਿਯਮ ਸਾਰੇ ਜਿਹਦੇ ਹਿਸਾਬ ਨਾਲ ਚੱਲ ਰਹੀ ਹੈ। ਉਹ ਕਹਿੰਦੇ ਦੇਖੋ ਜਿੰਨੇ ਨਿਯਮ ਬਣਾਏ ਉਹਨੇ ਇਹ ਵੀ ਦੇਖਿਆ ਕਿ ਬਾਲਕ ਆਪ ਨਹੀਂ ਉੱਠ ਕੇ ਦੁੱਧ ਪੀਏਗਾ, ਉਹਨੂੰ ਕੋਈ ਦੁੱਧ ਦੇਣ ਵਾਲਾ ਚਾਹੀਦਾ। सो बाहर व्यवस्था च अरेंजमेंट करके रखा परमात्मा ने कि तेनू दुध मिले, उदा अरेंजमेंट परमात्मा ने आप किया। पर जो बन भोजन सुख सूद, जो जो असी जवानी वाल जाते हैं, साड़ियां जो जिंदगी दियां सारियां रिक्वायरमेंट ने वो भी पूरियां करता परमात्मा। और बिरध भया उपर साख सैन, ये सब कुछ कहने तो बाद गुरु साहब कहते ये निर्गुण गुण कछु ना बूझे। ये तेनू निर्गुण ने की, तेनू कुछ बुझदा नहीं कि परमात्मा ने की कुछ सृष्टि बनाने वेले किस किस चीज का ध्यान रखा। एक दा नहीं, दो दा नहीं, लखां नहीं, करोड़ां नहीं, बेअंत चीज़ों का ध्यान रखा ताकि सृष्टि चल सके। और उहदे वास्ते सार ना शुक्रा हो जाता है। इंसान कहता परमात्मा है भी है कि नहीं है, मतलब उत्थे भी क्वेश्चन आ जाते हैं। सो गुरु साहब एक हुक्म की एक एग्जाम्पल है, हुक्म इन एक्शन कि परमात्मा का हुक्म है जिहदे नाल सृष्टि चल रही है। उस एक एग्जाम्पल के तौर पर देख रहे हैं कि इहदे विचों हुण असीं नाम भी लभना है कि परमात्मा दी होंद दा प्रगटावा, परमात्मा दा फील। जदों एक बच्चे नूं मां दुध पिला रही है तो एक फील आए कि ये परमात्मा दा ही
ਕਰਿਸ਼ਮਾ ਚੱਲ ਰਿਹਾ। ਸੋ ਜਦੋਂ ਕੋਈ ਬਿਰਧ ਨੂੰ ਕੋਈ ਕੁਝ ਖਵਾ ਰਿਹਾ ਤੇ ਉਹਨੂੰ ਫੀਲ ਆਏ ਕਿ ਇਹ ਵੀ ਪਰਮਾਤਮਾ ਦਾ ਕਰਿਸ਼ਮਾ ਚੱਲ ਰਿਹਾ। ਸੋ ਤਾਂ ਹੀ ਨਾਮ ਨਾਲ ਜੁੜ ਸਕਾਂਗੇ ਅਗਰ ਅਸੀਂ ਉਹਨਾਂ ਦੇ ਗੁਣਾਂ ਨੂੰ ਪਹਿਚਾਣ ਸਕੀਏ ਔਰ ਉਹਨਾਂ ਦੇ ਗੁਣਾਂ ਨੂੰ ਸਮਝ ਸਕੀਏ, ਬੁੱਝ ਸਕੀਏ। ਹੁਣ ਨਾਮ ਨੂੰ ਸ਼ਬਦ ਦੇ ਨਾਲ ਵੀ ਦੇਖੀਏ। ਅਸੀਂ ਪਹਿਲਾਂ ਹੁਕਮ ਨਾਲ ਦੇਖਿਆ। ਅਕਸਰ ਹੁਕਮਨਾਮੇ ਵਿੱਚ ਅਸੀਂ ਪੜ੍ਹਿਆ ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਇੱਕ ਬਹੁਤ ਵੱਡਾ ਭੇਦ ਖੋਲ ਦਿੱਤਾ ਕਿ ਤੀਰਥ ਤੇ ਨਾਵਣ ਜਾਓ। ਕਿਹਨੂੰ ਨਾਵਣਾ ਕਹਿ ਰਹੇ ਨੇ? ਕਹਿ ਰਹੇ ਤੀਰਥ ਨਾਮ ਹੈ, ਨਾਮ ਦੇ ਵਿੱਚ ਇਸ਼ਨਾਨ ਕਰੋ। ਤੁਸੀਂ ਨਾਮ ਦੇ ਤੀਰਥ ਨੂੰ ਮੰਨ ਕੇ ਨਾਮ ਦੇ ਵਿੱਚ ਇਸ਼ਨਾਨ ਕਰੋ। ਉਹ ਨਾਮ ਕੀ ਹੈ? ਸ਼ਬਦ ਵਿਚਾਰ ਅੰਤਰ ਗਿਆਨ। ਸ਼ਬਦ ਦੀ ਵਿਚਾਰ, ਉਹਦੇ ਅੰਤਰ ਦਾ ਗਿਆਨ। ਜਿਵੇਂ ਅਸੀਂ ਹੁਣੇ ਇੱਕ ਐਗਜ਼ਾਮਪਲ ਲਈ ਸੀ, ਅਗਰ ਉਹਦੇ ਅੰਦਰ ਦਾ ਗਿਆਨ ਅਸੀਂ ਲਈਏ ਕਿ ਉਸ ਪਰਮਾਤਮਾ ਦੀਆਂ ਕਿਤਨੀਆਂ ਵੱਡੀਆਂ ਮਿਹਰਬਾਨੀਆਂ ਨੇ, ਕਿਤਨੇ ਵੱਡੇ ਉਹਦੇ ਗ੍ਰੇਸ ਸਾਰੀ ਸ੍ਰਿਸ਼ਟੀ ਤੇ, ਕੀ ਕੁਝ ਚੱਲ ਰਿਹਾ। ਅਗਰ ਅਸੀਂ ਉਸ ਅੰਤਰ ਗਿਆਨ ਤੱਕ ਨਹੀਂ ਪਹੁੰਚ ਸਕਦੇ, ਉਸ ਹਰ ਚੀਜ਼ ਨਾਲ ਜੋ ਸਾਨੂੰ ਦਿਖਾਈ ਦੇ ਰਹੀ ਹੈ, ਤੇ ਸਾਨੂੰ ਅੰਤਰ ਗਿਆਨ ਨਹੀਂ ਮਿਲੇਗਾ। ਜੇ ਅੰਤਰ ਗਿਆਨ ਮਿਲ ਗਿਆ ਤੇ ਨਾਮ ਵੀ ਮਿਲ ਜਾਏਗਾ। ਅਸੀਂ ਇਹਦੇ ਬਾਰੇ ਅੱਗੇ ਫਰਦਰ ਕੰਟੀਨਿਊ ਕਰਾਂਗੇ ਡਿਸਕਸ਼ਨ। ਇਹ ਤਤ ਗਿਆਨ ਤੱਕ ਪਹੁੰਚਣਾ ਵੀ ਨਾਮ ਹੈ। ਅਗਰ ਅਸੀਂ ਤਤ ਗਿਆਨ ਤੱਕ ਪਹੁੰਚ ਗਏ, ਇसी ਨੂੰ ਦਸਮ ਦਵਾਰ ਖੁੱਲਣਾ ਵੀ ਕਹਿੰਦੇ हैं। ਜਿੰਨੀ ਵਾਰ ਵੀ ਤਤ ਗਿਆਨ ਮਿਲੇਗਾ, ਕਿਸੇ ਸ਼ਬਦ ਤੋਂ ਮਿਲੇਗਾ, ਉਸ ਦਿਨ ਦਸਮ ਦਵਾਰ ਖੁੱਲ ਜਾਏਗਾ। ਮਤ ਦੇ ਵਿਚਕਾਰ ਉਹ ਗਿਆਨ ਆ ਗਿਆ ਜਿਹਨੂੰ ਅਸੀਂ ਤਤ ਗਿਆਨ ਕਹਿੰਦੇ ਹਾਂ, ਤਾਂ ਸਮਝੋ ਦਸਮ ਦਵਾਰ ਵੀ ਨਾਲ ਹੀ ਖੁੱਲ ਰਿਹਾ। ਔਰ ਫਿਰ ਦਸਮ ਦਵਾਰ ਫਿਰ ਕਦੋਂ ਖੁੱਲੇਗਾ ਨਹੀਂ ਪਤਾ, ਪਰ ਜਦੋਂ ਵੀ ਅਸੀਂ ਤਤ ਗਿਆਨ ਤੱਕ ਪਹੁੰਚਾਂਗੇ ਦਸਮ ਦਵਾਰ ਖੁੱਲੇਗਾ। ਹੁਣ ਅਸੀਂ ਦੇਖਦੇ ਹਾਂ ਕਿ ਪਾਥਵੇ ਟੂ ਨਾਮ। ਹੁਣ ਨਾਮ ਤੱਕ ਅਸੀਂ ਪਹੁੰਚਣਾ ਕਿਵੇਂ? ਮੈਂ ਦੱਸਿਆ ਸੀ ਪਹਿਲੇ ਵੀ ਕਿ ਬਾਣੀ 'ਚ ਬੇਅੰਤ ਸ਼ਬਦ ਨੇ, ਉਹਨਾਂ 'ਚੋਂ ਕੁਝ 94 ਸ਼ਬਦ ਲਏ ਗਏ ਨੇ। ਇਹ ਹੋ ਸਕਦਾ ਪੂਰੀ ਪਿਕਚਰ ਨਾ ਦੇਣ, ਇਹ ਵੀ ਹੋ ਸਕਦਾ ਕਿ ਸਮਝ ਦੀ ਘਾਟ ਕਰਕੇ ਇਹਨਾਂ 'ਚ ਬਹੁਤ ਗਲਤੀਆਂ ਹੋਣ, ਤੇ ਉਹਨੂੰ ਇਗਨੋਰ ਕਰਦੇ ਹੋਏ ਅਸੀਂ ਅੱਗੇ ਚੱਲਦੇ ਹਾਂ ਔਰ ਦੇਖਦੇ ਹਾਂ ਕਿ ਪਾਥਵੇ ਟੂ ਨਾਮ ਕੀ ਹੈ। ਇੱਕ ਤੇ ਸਿੱਖ ਦੀ ਜੋ ਜਰਨੀ ਹੈ ਉਹ ਜਰਨੀ ਆਫ ਐਕਸਪਲੋਰਰ ਹੈ। ਪੂਰਾ ਦਾ ਪੂਰਾ ਮਾਰਗ ਹੈਗਾ ਐਕਸਪਲੋਰੇਸ਼ਨ ਹੈ। ਉਹ ਐਕਸਪਲੋਰੇਸ਼ਨ ਕੀ ਹੈ ਕਿ ਅਸੀਂ ਸ਼ਬਦ ਤੋਂ ਸ਼ੁਰੂ ਹੋਣਾ ਹੈ। ਸ਼ਬਦ ਸਾਡਾ ਗੁਰੂ ਹੈ, ਸ਼ਬਦ ਹੀ ਸਾਡਾ ਸਾਰਾ ਗਿਆਨ ਦਾ ਮਾਰਗ ਖੋਲਣ ਵਾਲਾ ਹੈ। ਇਹ ਅੱਗੇ ਚੱਲ ਕੇ ਸ਼ਬਦ ਸਾਨੂੰ ਦੱਸਦਾ ਕਿ ਪਰਮਾਤਮਾ ਦੇ ਹੁਕਮ ਕੀ ਹਨ, ਹੁਕਮ ਦੇ ਵਿੱਚ ਨਾਮ ਕੀ ਛੁਪਿਆ ਹੈ। ਔਰ ਜਦੋਂ ਅਸੀਂ ਨਾਮ ਇਕੱਤਰਿਤ ਕਰਦੇ ਜਾਂਦੇ ਹਾਂ ਤੇ ਸਾਡੇ ਕੋਲ ਇੱਕ ਅੰਮ੍ਰਿਤ ਦਾ ਭੰਡਾਰ ਬਣਦਾ ਹੈ। ਇਹ ਬਹੁਤ ਇੰਪੋਰਟੈਂਟ ਹੈ ਰਿਲੇਸ਼ਨਸ਼ਿਪ ਸਮਝਣਾ। ਮੈਂ ਇਸ ਲਈ ਥੋੜਾ ਰਿਪੀਟ ਕਰਨਾ ਚਾਹਾਂਗਾ। ਅਸੀਂ ਸ਼ੁਰੂਆਤ ਸਾਡੀ ਸ਼ਬਦ ਤੋਂ ਹੈ। ਗੁਰਬਾਣੀ ਸਾਰੀ ਸ਼ਬਦ ਰੂਪ ਹੈ। ਗੁਰੂ ਨਾਨਕ ਦਾ ਗੁਰੂ ਵੀ ਸ਼ਬਦ ਸੀ, ਜਿਵੇਂ ਅਸੀਂ ਜਾਣਦੇ ਹਾਂ, ਉਹੀ ਸਾਡਾ ਵੀ ਗੁਰੂ ਹੈ। ਤੇ ਸ਼ਬਦ ਦੇ ਵਿੱਚੋਂ ਜੋ ਹੁਕਮ ਨਿਹਿਤ ਹੈ, ਸਾਨੂੰ ਉਹ ਸਮਝ ਫਿਰ ਵੀ ਆਉਂਦਾ ਕਿਤੇ ਕਿਤੇ। ਹਾਲਾਂਕਿ ਹੁਕਮ ਪੂਰਾ ਕਿਹਾ ਨਹੀਂ ਜਾ ਸਕਦਾ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ। ਪਹਿਲੇ ਕੁਐਸਚਨ ਤੇ ਨਹੀਂ ਕਿ ਹੁਕਮ ਸ੍ਰਿਸ਼ਟੀ ਕਿਉਂ ਬਣੀ ਹੈ, ਉਹਦਾ ਵੀ ਸਾਡੇ ਕੋਲ ਜਵਾਬ ਨਹੀਂ। ਪਰ ਜਿੱਥੇ ਵੀ ਸਾਨੂੰ ਉਹਦਾ ਹੁਕਮ ਸਮਝ ਆਉਂਦਾ, ਜਿਤਨਾ ਕੁ ਵੀ ਸਮਝ ਆਉਂਦਾ, ਉਹਨੂੰ ਹੁਕਮ ਦੀ ਗਹਿਰਾਈ ਜਾਈਏ ਤੇ ਸਾਡਾ ਨਾਮ ਪ੍ਰਗਟ ਹੋ ਸਕਦਾ। ਪਰ ਅਗਰ ਇਹ ਨਾਮ ਪ੍ਰਗਟ ਹੁੰਦਾ ਰਿਹਾ ਤੇ ਸਾਡੇ ਕੋਲ ਇੱਕ ਅੰਮ੍ਰਿਤ ਦਾ ਭੰਡਾਰ ਬਣੇਗਾ। ਅਸੀਂ ਲਾਸਟ ਡਿਸਕਸ਼ਨ ਦੇ ਵਿੱਚ, ਮੈਂ ਉਸ ਤੇ ਦੁਬਾਰਾ ਵੀ ਆਵਾਂਗਾ, 38ਵੀਂ ਪੌੜੀ ਦੇ ਵਿੱਚ ਵੀ ਭਾਂਡਾ ਪਾਓ ਅੰਮ੍ਰਿਤ ਤੇ ਢਾਲ ਦੀ ਗੱਲ ਕੀਤੀ ਸੀ। ਥੋੜਾ ਜਿਹਾ ਉਹਦਾ ਜ਼ਿਕਰ ਅਸੀਂ ਫਿਰ ਦੁਬਾਰਾ ਵੀ ਕਰਾਂਗੇ। ਇਹਦੇ ਵਿੱਚ ਰੋਲ ਆਫ ਗੁਰੂ ਕੀ ਹੈ? मन की मत त्यागो हरजन एहा बात कठैनी, अनदिन हर हर नाम ध्यावो गुर सतगुर की मत लैन। ਹੁਣ ਨਾਮ ਧਿਆਨ ਤੋਂ ਪਹਿਲਾਂ ਸਤਿਗੁਰੂ ਦੀ ਮਤ ਲੈਣੀ ਪਏਗੀ, ਤਾਂ ਨਾਮ ਤੋਂ ਧਿਆਵਣ ਤੱਕ ਪਹੁੰਚ ਸਕਦੇ ਹਾਂ। ਔਰ ਨਾਮ ਧਿਆਣਾ ਤੇ ਸਾਨੂੰ ਰੋਜ਼ ਹੈ, ਪਰ ਉਹ ਤਾਂ ਤੱਕ ਨਹੀਂ ਹੋਏਗਾ ਜਦੋਂ ਅਸੀਂ ਸਤਿਗੁਰੂ ਦੀ ਮਤ ਨਹੀਂ ਲਵਾਂਗੇ। ਉਹ ਸਤ ਮਤ ਸਾਨੂੰ ਮਿਲਣੀ ਹੈ ਸ਼ਬਦ ਗੁਰੂ ਤੋਂ। ਸੋ ਉਹਦੇ ਵਿੱਚ ਅਸੀਂ ਮਨ ਦੀ ਮਤ ਤਿਆਗਣ ਨੂੰ ਤਿਆਰ ਹੋਣੇ ਚਾਹੀਦੇ ਹਾਂ। ਉਹ ਤਾਂ ਹੀ ਪੋਸੀਬਿਲਿਟੀ ਹੈ। ਔਰ ਆਈ ਥਿੰਕ ਇਹ ਡਿਸਕਸ਼ਨ ਬਹੁਤ ਵਾਰ ਹੋ ਚੁੱਕੀ ਹੈ, ਮੈਨੂੰ ਨਹੀਂ ਲੱਗਦਾ ਇਹਨੂੰ ਐਕਸਪੈਂਡ ਕਰਨ ਦੀ ਜ਼ਰੂਰਤ ਹੈ। ਜੋ ਰੋਲ ਆਫ ਸ਼ਬਦ ਗੁਰੂ ਹੈ ਉਹ ਕੀ ਹੈ? ਗੁਰਬਾਣੀ ਵਰਤੀ ਜਗ ਅੰਤਰ ਇਸ ਬਾਣੀ ਤੇ ਹਰ ਨਾਮ ਪਾਇੰਦਾ। ਜੋ ਗੁਰਬਾਣੀ ਵਰਤੀ ਹੈ, ਜੋ ਇੱਕ ਕਲਾ ਵਰਤੀ ਹੈ, ਜੋ ਪਰਮਾਤਮਾ ਤੋਂ ਬਾਣੀ ਗੁਰੂ ਸਾਹਿਬਾਨ ਕੋਲ ਆਈ ਹੈ, ਔਰ ਗੁਰੂ ਸਾਹਿਬਾਨ ਨੇ ਸਾਨੂੰ ਉਹਨੂੰ ਸਾਡੇ ਨਾਲ ਸ਼ੇਅਰ ਕੀਤਾ ਹੈ, ਉਹਨੂੰ ਵਰਤਾਇਆ ਹੈ, ਉਹਨੂੰ ਵੰਡਿਆ ਹੈ, ਜੋ ਇਸ ਜਗ ਦੇ ਅੰਦਰ ਉਸੀ ਬਾਣੀ ਦੇ ਵਿੱਚੋਂ ਨਾਮ ਵੀ ਸਾਨੂੰ ਮਿਲਣਾ ਹੈ। ਸੋ ਬਾਣੀ ਸਾਡਾ ਆਧਾਰ ਹੈ।
ਸੋ ਸਾਨੂੰ ਇਸ ਮਾਰਗ ਤੇ ਕੁਝ ਚੀਜ਼ਾਂ ਐਬਸੋਲੂਟਲੀ ਕਲੀਅਰ ਹੋਣੀਆਂ ਚਾਹੀਦੀਆਂ। ਔਰ ਉਹ ਸਤਨਾਮ ਜਿਹੜਾ ਉੱਤੇ ਹੀ ਇੱਕ ਓੰਕਾਰ ਤੋਂ ਬਾਅਦ ਉਹਨਾਂ ਨੇ ਲਿਖਿਆ, ਅੱਗੇ ਸਾਰੀ ਦੀ ਸਾਰੀ ਕਹਾਣੀ ਸਤਨਾਮ ਤੱਕ ਪਹੁੰਚਣ ਦੀ ਹੈ। ਫਰਦਰ ਦੇਖੀਏ ਤੇ ਟਰਨ ਦਾ ਡਾਇਰੈਕਸ਼ਨ, ਅਸੀਂ ਸਾਨੂੰ ਕਿੱਥੇ ਆਪਣੀ ਡਾਇਰੈਕਸ਼ਨ ਬਦਲਣ ਦੀ ਲੋੜ ਹੈ ਇਸ ਰਸਤੇ ਤੇ ਅਗਰ ਅਸੀਂ ਚੱਲਣਾ ਹੈ ਤੇ। ਗੁਰੂ ਸਾਹਿਬ ਕਹਿੰਦੇ ਆ, ਅਧਿਆਤਮ ਕਰਮ ਜੇ ਕਰੇ ਨਾਮ ਨ ਕਬ ਹੀ ਪਾਏ, ਗੁਰ ਕੇ ਸ਼ਬਦ ਜੀਵਤ ਮਰੇ ਹਰ ਨਾਮ ਵਸੈ ਮਨ ਆਏ। ਗੁਰੂ ਅਮਰਦਾਸ ਜੀ ਅੰਗ 33 ਬਹੁਤ ਹੀ ਵੱਡੀ ਗੱਲ ਕਹੀ ਹੈ। ਕਹਿੰਦੇ ਅਧਿਆਤਮ ਕਰਮ ਤੇ ਹਰ ਕੋਈ ਕਰ ਰਿਹਾ, ਚੁੱਲੀਆਂ ਭਰਨੀਆਂ, ਹਰ ਸੀੜੀ ਤੇ ਮੱਥਾ ਟੇਕਣਾ, ਆਪਣੀ ਪੱਲੇ ਨਾਲ ਸਾਫ਼ ਕਰਨਾ, ਜਗ੍ਹਾ ਜਗ੍ਹਾ ਤੇ ਮੱਥੇ ਟੇਕਣੇ, ਜੋੜਿਆਂ ਨੂੰ ਵੀ ਮੱਥੇ ਟੇਕ ਦੇਣੇ, ਜੋ ਵੀ ਕਰੋ ਠੀਕ ਹੈ, ਅਧਿਆਤਮ ਕਰਕੇ ਨਾਮ ਤੱਕ ਤੇ ਨਹੀਂ ਪਹੁੰਚ ਪਾਏਗਾ। ਹੁਣ ਗੁਰੂ ਦੇ ਸ਼ਬਦ ਵਿੱਚ ਜੀਵਤ ਮਰੇ ਹਰ ਨਾਮ ਵਸੈ ਮਨ ਆਏ, ਉਹਦੇ ਵਿੱਚ ਅਸੀਂ ਹਉਮੈ ਨੂੰ ਜਿਉਂ-ਜਿਉਂ ਮਾਰਦੇ ਜਾਵਾਂਗੇ ਤਾਂ ਨਾਮ ਦੀ ਜਗ੍ਹਾ ਬਣਦੀ ਜਾਏਗੀ। ਗੁਰੂ ਕੇ ਸ਼ਬਦ ਦੇ ਵਿੱਚ ਅਸੀਂ ਜੀਵਦਿਆਂ ਮਰਨਾ ਮਤਲਬ ਆਪਣੇ ਹਉਮੈ ਨੂੰ ਆਹਿਸਤਾ ਆਹਿਸਤਾ ਖਤਮ ਕਰਨਾ ਹੈ। ਸੋ ਸਾਨੂੰ ਇੱਕ ਟਾਰਗੇਟ ਹੋਏਗਾ ਕਿ ਮੇਰੀ ਹਉਮੈ ਖਤਮ ਹੋ ਰਹੀ ਹੈ ਕਿ ਨਹੀਂ, ਤਾਂ ਹੀ ਨਾਮ ਵਸ ਕੇ ਆਏਗਾ। ਇਹ ਸਾਨੂੰ ਡਾਇਰੈਕਸ਼ਨ ਬਦਲਣੀ ਹੈ। ਅਸੀਂ ਸਿਰਫ ਕਰਮਕਾਂਡੀ ਨਹੀਂ ਬਣ, ਸਿਰਫ ਕੀ ਕਰਮਕਾਂਡ ਤੇ ਕਰਨੇ ਹੀ ਨਹੀਂ ਹੈ। ਸੋ ਇੱਕ ਰਸਤਾ ਯੈਸ ਦਾ ਔਰ ਇੱਕ ਨੋ ਦਾ। ਅਸੀਂ ਅਜੇ ਤੱਕ ਨੋ ਵਾਲੇ ਰਸਤੇ ਨਾਲ ਬਹੁਤ ਅੱਛੀ ਤਰ੍ਹਾਂ ਸ਼ਾਇਦ ਜੁੜੇ ਹੋਈਏ, ਸਾਡੇ ਚ ਬਹੁਤ ਸਾਰੇ ਆ ਇਨਕਲੂਡਿੰਗ ਮੀ ਜਿਹੜੇ ਗੁਰਦੁਆਰੇ ਵੀ ਚਲੇ ਜਾਂਦੇ ਆ, ਮੱਥੇ ਵੀ ਟੇਕ ਆਉਂਦੇ ਆ, ਥੋੜਾ ਬਹੁਤ ਕੀਰਤਨ ਵੀ ਸੁਣ ਲੈਂਦੇ ਆ, ਬਾਹਰ ਆ ਕੇ ਪੁੱਛੋ ਸਾਨੂੰ ਕੀਰਤਨ ਨਹੀਂ ਪਤਾ ਹੁੰਦਾ ਕੀ ਕੀਰਤਨ ਹੋਇਆ, ਕੀ ਪੜਿਆ ਗਿਆ ਸ਼ਬਦ, ਉਹਦੇ ਕੀ ਮਾਇਨੇ ਸੀ, ਨਾਮ ਸਾਨੂੰ ਕਿੱਥੋਂ ਮਿਲੇਗਾ, ਕਿਉਂਕਿ ਅਸੀਂ ਅਧਿਆਤਮ ਤੱਕ ਹੀ ਰੁਕ ਕੇ ਬਾਹਰ ਨਹੀਂ ਆਏ, ਉਸ ਤੋਂ ਅੱਗੇ ਨਹੀਂ ਵਧੇ। ਉਸ ਤੋਂ ਇਲਾਵਾ ਗੁਰੂ ਸਾਹਿਬ ਕਹਿੰਦੇ ਇਸ ਰਸਤੇ ਤੇ ਇਨਵੋਕ ਓਨੈਸਟ ਫੀਲਿੰਗਸ ਆਫ ਲਵ, ਇਹ ਬਹੁਤ ਹੀ ਇੰਪੋਰਟੈਂਟ ਹੈ, ਬਹੁਤ ਹੀ ਜ਼ਿਆਦਾ। ਐਕਚੁਅਲੀ ਹਰ ਸ਼ਬਦ ਹੀ ਬਹੁਤ ਇੰਪੋਰਟੈਂਟ ਹੈ। ਕਹਿੰਦੇ ਗਾਵੀਏ ਸੁਣੀਏ ਮਨ ਰੱਖੀਏ ਭਾਵ, ਸ਼ਬਦ ਨੂੰ ਗਾਣਾ, ਸ਼ਬਦ ਨੂੰ ਸੁਣਨਾ ਔਰ ਮਨ ਰੱਖੀਏ ਭਾਵ। ਭਾਵ ਦੇ ਨਾ ਬਹੁਤ ਸਾਰੇ ਮੀਨਿੰਗ ਹੈ। ਇੱਕ ਤੇ ਭਾਵ ਹੁੰਦਾ ਮਤਲਬ ਕਿ ਤੁਹਾਡਾ ਕਹਿਣ ਤੋਂ ਕੀ ਭਾਵ ਹੈ, ਇੱਕ ਭਾਵ ਹੁੰਦਾ ਪ੍ਰੇਮ ਕਿ ਮੈਂ ਆਪਣਾ ਭਾਵ ਜਤਾਇਆ ਜਾਂ ਕੁਝ ਕਿਹਾ, ਔਰ ਇੱਕ ਭਾਵ ਫੀਲਿੰਗਸ ਲਈ ਵੀ ਹੁੰਦਾ। ਸੋ ਜਿਹੜੀਆਂ ਓਨੈਸਟ ਫੀਲਿੰਗਸ ਹੈ ਬਾਣੀ ਦੇ ਵਿੱਚ ਭਾਵ ਵਰਡ ਉਹਦੇ ਲਈ ਵੀ ਬਹੁਤ ਸਥਾਨ ਤੇ ਆਇਆ ਕਿ ਜਦੋਂ ਗਾਓ ਔਰ ਸੁਣੋ, ਗਾਓ ਚਾਹੇ ਕੀਰਤਨ ਦੇ ਰੂਪ ਚ ਹੋਏ, ਚਾਹੇ ਮਨ ਚ ਗਾ ਰਹੇ ਹੋ, ਕਿਸ ਤਰ੍ਹਾਂ ਵੀ ਗਾ ਰਹੇ ਹੋ, ਸੁਣੀਏ। ਗਾਵੀਏ ਤੋਂ ਬਾਅਦ ਸੁਣੀਏ ਕਿਉਂ ਕਹਿ ਰਹੇ हैं, ਕਿਉਂਕਿ ਉਹਨੂੰ ਐਬਜ਼ੋਰਬ ਕਰੋ। ਇੱਥੇ ਸੁਣੀਏ ਦਾ ਮਤਲਬ ਕੰਨ ਨਾਲ ਸੁਣਨਾ ਨਹੀਂ ਹੈ, ਉਹਨੂੰ ਐਬਜ਼ੋਰਬ ਕਰਨਾ ਹੈ। ਮਨ ਰੱਖੀਏ ਭਾਵ, ਉਹਦਾ ਜੋ ਭਾਵ ਹੈ, ਜੋ ਫੀਲਿੰਗਸ ਆਈ ਹੈ, ਜੋ ਤੁਸੀਂ ਕਨੈਕਟ ਹੋਏ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਇਹ ਸਾਰੇ ਦੁੱਖ ਆਹਿਸਤਾ ਆਹਿਸਤਾ ਘਟਣਗੇ, ਤਾਂ ਹੀ ਨਾਮ ਹੱਥ ਲੱਗੇਗਾ ਔਰ ਸਾਰੇ ਦੇ ਸਾਰੇ ਸੁੱਖ, ਕਿਉਂਕਿ ਨਾਮੇ ਹੀ ਸੁਖ ਮੰਡਾ ਹੈ ਕਿਆ, ਤੇ ਉੱਥੇ ਉਸ ਅਵਸਥਾ ਵਿੱਚ ਜਾਵਾਂਗੇ। ਇਹਨੂੰ ਅੱਗੇ ਚੱਲ ਕੇ ਅਸੀਂ ਫਿਰ ਇੱਕ ਵਾਰ ਡਿਸਕਸ ਕਰਾਂਗੇ। ਅਜੇ ਸਿਰਫ ਇਹ ਦੇਖੀਏ ਗੁਰੂ ਸਾਹਿਬਾਨ ਨੇ ਜੋ ਮਾਰਗ ਦਿੱਤਾ ਹੈ ਉਹ ਗਾਵੀਏ ਤੋਂ ਬਾਅਦ ਐਬਜ਼ੋਰਬ ਕਰਨ ਦਾ, ਐਬਜ਼ੋਰਬ ਕਰਨ ਤੋਂ ਬਾਅਦ ਉਹਨੂੰ ਉਸ ਲੈਵਲ ਤੇ ਉਠਾਉਣ ਦਾ ਜਿੱਥੇ ਕਿ ਫੀਲਿੰਗਸ ਨੂੰ ਟੱਚ ਕਰੇ। ਹੁਕਮ ਨੂੰ ਮੰਨਣਾ, ਇਸ ਰਸਤੇ ਤੇ ਸਾਨੂੰ ਇਹ ਵੀ ਬਹੁਤ ਹੀ ਇੰਪੋਰਟੈਂਟ ਹੈ। ਮੇਰੇ ਮਨ ਮੇਰੇ ਗੁਰ ਕੀ ਮਨ ਲੈ ਰਜਾਏ। ਕਈ ਵਾਰ ਮਨ ਕਰੇਗਾ ਬਹਿਸ ਕਰੀਏ, ਕਈ ਵਾਰ ਮਨ ਕਰੇਗਾ ਨਹੀਂ ਮੇਰਾ ਆਪਣਾ ਹੀ ਜੋ ਮਤ ਹੈ ਉਹ ਠੀਕ ਹੈ। ਮਨ ਤਨ ਸੀਤਲ ਸਭ ਥੀਏ, ਨਾਮ ਵਸੈ ਮਨ ਆਏ। ਹੁਣ ਨਾਮ ਮਨ ਦੇ ਵਿੱਚ ਕਿਸ ਤਰ੍ਹਾਂ ਆ ਰਿਹਾ, ਜਦੋਂ ਮਨ ਔਰ ਤਨ ਸ਼ੀਤਲ ਹੋਣਗੇ। ਸ਼ੀਤਲ ਕਦੋਂ ਹੋਣਗੇ, ਜਦੋਂ ਗੁਰੂ ਦੀ ਜੋ ਰਜ਼ਾ ਹੈ, ਜੋ ਪਰਮਾਤਮਾ ਦੀ ਰਜ਼ਾ ਹੈ, ਜੋ ਹੁਕਮ ਹੈ, ਉਹਨੂੰ ਅਸੀਂ ਮੰਨ ਲਈਏ। ਅਸੀਂ ਤੇ ਛੋਟੀ ਛੋਟੀ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਹੁੰਦੇ। ਛੋਟਾ ਜਿਹਾ ਨੁਕਸਾਨ ਹੋ ਜਾਏ ਸਾਡਾ ਤੇ ਸਾਰੀ ਰਾਤ ਨੀਂਦ ਉੜ ਜਾਂਦੀ। ਸੋ ਅਸੀਂ ਕਿੱਥੇ ਗੁਰੂ ਦੀ ਰਜ਼ਾ ਮੰਨਣ ਦੀ ਗੱਲ ਕਰ ਰਹੇ ਹਾਂ, ਉਹ ਤੇ ਬਹੁਤ ਕੁਝ ਮੰਨਣ ਨੂੰ ਕਹਿ ਰਹੇ ਹਾਂ। ਕਿਸੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਕਿਤਨੀਆਂ ਵੱਡੀਆਂ ਵੱਡੀਆਂ ਸਾਡੇ ਕੋਲ ਉਮੀਦਾਂ ਲਾ ਕੇ ਬੈਠੇ ਹੋਏ ਆ। ਅਸੀਂ ਤਾਂ ਨਿੱਕੀ ਜਿਹੀ ਉਮੀਦ ਵੀ ਤੇ ਨਹੀਂ ਪੂਰੇ ਖੁਦ ਖਰੇ ਉਤਰ ਪਾਉਂਦੇ। ਸੋ ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਉਹਦੇ ਆਰਡਰ ਨੂੰ ਮੰਨਣਾ, ਹੁਕਮ ਨੂੰ ਮੰਨਣਾ ਵੀ ਉਹਦੇ ਨਾਮ ਤੱਕ ਪਹੁੰਚਣ ਦਾ ਵੀ ਰਸਤਾ ਹੈ। ਹੁਣ ਉਹ ਕੀ ਪ੍ਰੋਸੈਸ ਹੈ ਜਿਹੜਾ ਕਿ ਇਨਸ਼ੋਰ ਕਰਦਾ ਹੈ ਕਿ ਸਾਨੂੰ ਪਰਮਾਤਮਾ ਦਾ ਪ੍ਰੇਮ ਤੱਕ ਅਸੀਂ ਪਹੁੰਚ ਰਹੇ ਹਾਂ। ਇਹ ਅਸੀਂ ਪੌੜੀ ਲਾਸਟ ਡਿਸਕਸ਼ਨ ਕੀਤੀ ਸੀ। ਜਤ ਪਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਾਉ ਖਲਾਗਨ ਤਪਤਾਉ, ਭਾਂਡਾ ਭਾਉ ਅੰਮ੍ਰਿਤ ਤਿਤਾਰ, ਕੜੀਏ ਸਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ
ਨਿਹਾਲ। ਇਹ ਜੋ ਸਰੀਰ ਨੂੰ ਭਾਂਡਾ ਪਾਓ, ਆਪਣਾ ਫੀਲਿੰਗ ਦਾ ਘਰ ਬਣਾਉਣਾ ਹੈ, ਪ੍ਰੇਮ ਦਾ ਘਰ ਬਣਾਉਣਾ। ਐਕਚੁਅਲੀ ਜੋ ਹਰ ਫੀਲਿੰਗ ਹੈ ਉਹ ਪ੍ਰੇਮ ਨਾਲ ਕਨੈਕਟ ਹੁੰਦੀ ਹੈ, ਚਾਹੇ ਉਦਾਸੀ ਹੈ ਉਹ ਵੀ ਪ੍ਰੇਮ ਨਾਲ ਕਨੈਕਟ ਹੁੰਦੀ ਹੈ, ਅੱਖਾਂ 'ਚੋਂ ਆਂਸੂ ਗਿਰਨੇ ਵੀ ਪ੍ਰੇਮ ਨਾਲ ਕਨੈਕਟ ਹੁੰਦੇ ਆ। ਸੋ ਸਰੀਰ ਨੂੰ ਪ੍ਰੇਮ ਦਾ ਘਰ ਬਣਾਉਣਾ ਹੈ, ਤਾਂ ਹੀ ਅੰਮ੍ਰਿਤ ਢਲੇਗਾ। ਜਦ ਤੱਕ ਅਸੀਂ ਸਰੀਰ ਨੂੰ ਪ੍ਰੇਮ ਦਾ ਘਰ ਨਹੀਂ ਬਣਾਵਾਂਗੇ, ਜਦ ਤੱਕ ਅਸੀਂ ਆਪਣੇ ਇਮੋਸ਼ਨਸ ਨਹੀਂ ਅਟੈਚ ਕਰਾਂਗੇ ਸ਼ਬਦ ਨਾਲ, ਜਦ ਤੱਕ ਅਸੀਂ ਉਹਦੀ ਗਹਿਰਾਈ 'ਚ ਜਾ ਕੇ ਪੂਰਾ ਫੀਲ ਨਹੀਂ ਲਵਾਂਗੇ, ਨਾਮ ਬਾਹਰ ਨਹੀਂ ਆਉਣ ਵਾਲਾ। ਸੋ ਨਾਮ ਤੇ ਉਹ ਜੂਸ ਹੈ ਤਾਂ ਨਿਕਲਦਾ ਜਦੋਂ ਸਾਡੀਆਂ ਪੂਰੀਆਂ ਫੀਲਿੰਗਸ ਔਰ ਇਮੋਸ਼ਨਸ ਉਹਦੇ 'ਚ ਇਨਵੈਸਟਡ ਹੋਣ। ਔਰ ਇਹ ਸ਼ਬਦ ਦੁਬਾਰਾ ਨਹੀਂ ਅਸੀਂ ਡਿਸਕਸ ਕਰਦੇ, ਅੱਜ ਦੇ ਤੇ ਵਿਚਾਰ ਹੋ ਚੁੱਕੀ ਹੈ। ਬਟ ਦਿਸ ਐਂਸ਼ੋਰਸ ਦਾ ਡਿਵਾਈਨ ਲਵ ਪ੍ਰੋਸੈਸ ਹੈ ਪੂਰਾ। ਪੂਰੇ ਪ੍ਰੋਸੈਸ ਵਿੱਚ ਹਰ ਜੋ ਗੁਣ ਹੋਣਾ ਚਾਹੀਦਾ ਮਤ ਦੇ ਬਾਰੇ, ਔਰ ਕਿਸ ਤਰ੍ਹਾਂ ਅਸੀਂ ਆਪਣੇ ਜੋ ਭਾਵ ਹੈ ਉਹਨੂੰ ਜਲਾਣਾ ਹੈ, ਉਹਨੂੰ ਖਤਮ ਕਰਕੇ ਪੋਜ਼ਿਟਿਵ એનર્ਜੀ ਬਦਲਣਾ, ਇੱਕ ਪੂਰਾ ਪ੍ਰੋਸੈਸ ਹੈ। ਉਹ ਪ੍ਰੋਸੈਸ ਸਾਨੂੰ ਡਿਵਾਈਨ ਲਵ ਤੱਕ ਵੀ ਲੈ ਜਾਂਦਾ। ਇਤਨਾ ਸਭ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਲੱਗਦਾ ਸਾਡੇ ਕੋਲ ਆਪਣੇ क्षमता ਹੈ ਨਹੀਂ। ਅਸੀਂ ਲੱਗਦਾ ਹੈ ਕਿ ਪੜ੍ਹ ਲਿਆ, ਸਮਝ ਲਿਆ, ਅਜੇ ਵੀ ਵਿਚਾਰ ਤੱਕ ਪੂਰੀ ਪਹੁੰਚ ਨਹੀਂ ਪਾਏ। ਸੋ ਇੱਥੇ ਇੱਕ ਅਰਦਾਸ ਵੀ ਕਰਨੀ ਹੈ, ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੋ ਗੁਰ ਚਾਲੀ। ਗੁਰੂ ਸਾਹਿਬ ਤੁਸੀਂ ਦੱਸਿਆ ਕੁਝ ਸਮਝ ਵੀ ਆ ਰਿਹਾ, ਪਰ ਇਸ ਮਾਰਗ ਤੇ ਸਾਡੇ ਕੋਲ ਨਹੀਂ ਤੁਰਿਆ ਜਾਏਗਾ। ਸੋ ਸਤਿਗੁਰੂ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਲ। ਬਹੁਤ ਵੱਡੀ ਅਰਦਾਸ ਹੈ। ਕਹਿੰਦੇ ਆਪਣੇ ਪੱਲੇ ਨਾਲ ਬੰਨ ਲੈ ਗੁਰੂ, ਅਸੀਂ ਤੇਰੇ ਪਿੱਛੇ ਪਿੱਛੇ ਤੁਰ ਲਾਂਗੇ, ਅਸੀਂ ਤੇ ਅੰਧੇ ਹਾਂ, ਸਾਨੂੰ ਤੇ ਕੁਝ ਨਹੀਂ ਦਿਖ ਰਿਹਾ, ਤੂੰ ਸਮਝਾ ਰਿਹਾ ਸਾਨੂੰ ਉਹ ਵੀ ਸਮਝ ਨਹੀਂ ਆ ਰਿਹਾ। ਸੋ ਦਇਆ ਮੰਗ ਰਹੇ ਹਾਂ, ਅਰਦਾਸ ਕਰ ਰਹੇ ਹਾਂ। ਸੋ ਸਿੱਖ ਰੋਜ਼ ਅਰਦਾਸ ਕਰੇ, ਗੁਰੂ ਆਪਣੇ ਪੱਲੇ ਨਾਲ ਹੀ ਬਣ ਕੇ ਰੱਖੀ। ਸਾਡੇ ਕੋਲ ਨਹੀਂ ਹੋਣਾ, ਸਾਡੀ क्षमता ਨਹੀਂ ਹੈ। ਟਫ ਹੈ ਥੋੜਾ। ਇਸ ਤੋਂ ਇਲਾਵਾ ਗੁਰੂ ਸਾਹਿਬ ਕਹਿੰਦੇ ਨੇ ਸਤ ਸੰਗਤ ਨਾਲ ਜੁੜੋ, ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ। ਗੱਲ ਹੋ ਕੋਈ ਕਰਨੀ ਨਹੀਂ, ਉਸੇ ਗੱਲ ਦੀ ਵਿਆਖਿਆ ਹੋਏ, ਨਾਮ ਦੀ ਵਿਆਖਿਆ ਹੋਏ, ਨਾਮ ਤੱਕ ਪਹੁੰਚਣ ਦਾ ਜ਼ਿਕਰ ਹੋਏ, ਬੋਧ ਹੋਏ। ਜੋ ਕਿਸੇ ਦੂਸਰੇ ਨੂੰ ਸ਼ਬਦ ਦਾ ਬੋਧ ਆਇਆ, ਉਹ ਬੋਧ ਆਪਸ ਵਿਚਾਰ ਵਟਾਂਦਰੇ ਨਾਲ ਵੰਡਿਆ ਜਾਏ, ਦੱਸਿਆ ਜਾਏ ਉਹਦਾ ਗਹਿਨ ਭਾਵ ਕੀ ਹੈ। ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ, ਨਾਮ ਦੀ ਵਿਆਖਿਆ ਹੋਏ। ਇਹਦਾ ਮਤਲਬ ਜਿੰਨੇ ਵੀ ਕਿਸੇ ਨੇ ਮਹਿਸੂਸ ਕੀਤਾ, ਅਹਿਸਾਸ ਕੀਤਾ, ਉਹਦੇ ਨਾਲ ਸਾਡੀ ਸੰਗਤ ਹੋਏ, ਤਾਂ ਕਿ ਅਸੀਂ ਵੀ ਉਹ ਅਹਿਸਾਸ ਨੂੰ ਉਹਦੇ ਜਿਤਨਾ ਵੀ ਸੰਗਤ ਦੇ ਥਰੂ ਲੈ ਸਕਦੇ ਹਾਂ ਲਈਏ। ਸੋ ਸਤਸੰਗਤ ਐਕਸਲਰੇਟਸ ਦਾ ਪ੍ਰੋਸੈਸ। ਇਹ ਸਾਰੇ ਉਸ ਮਾਰਗ ਤੇ ਚੱਲਣ ਦੀਆਂ ਕੁਝ ਕੁ ਹਿਦਾਇਤਾਂ ਨੇ। ਇਸ ਤੋਂ ਇਲਾਵਾ ਇੰਬਾਈਬਿੰਗ ਵੈਲਿਊਜ਼ ਐਂਡ ਵਰਚੂ ਸਿਰਫ ਨਾਮ ਤੱਕ ਹੀ ਨਹੀਂ ਰੁਕਣਾ। ਗੁਣਾ ਕਾ ਗਾਹਕ ਹੋਵੇ ਸੋ ਗੁਣ ਜਾਣੇ, ਅੰਮ੍ਰਿਤ ਸ਼ਬਦ ਨਾਮ ਵਖਾਣੇ, ਸਾਚੀ ਬਾਣੀ ਸੂਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ। ਕਹਿੰਦੇ ਅੰਮ੍ਰਿਤ ਸ਼ਬਦ ਜੋ ਨਾਮ ਦੇ ਥਰੂ ਵਿਆਖਿਆਨ ਵੀ ਹੋ ਰਿਹਾ ਹੈ, ਉਹ ਤੇ ਕਈ ਵਾਰ ਗੁਣਾਂ ਨੂੰ ਧਾਰਨ ਕਰਕੇ, ਗੁਣਾਂ ਨੂੰ ਜ਼ਿੰਦਗੀ ਦੇ ਵਿੱਚ ਅਪਣਾ ਕੇ, ਔਰ ਕੁਝ ਐਸਾ ਕਰਕੇ ਕਿ ਉਹ ਮਹਿਸੂਸ ਹੋਏ ਕਿ ਪਰਮਾਤਮਾ ਤੇਰੀ ਪ੍ਰੈਜ਼ੈਂਸ ਮਹਿਸੂਸ ਹੋ ਰਹੀ ਸੀ, ਤਾਂ ਗੱਲ ਬਣੇਗੀ। ਸਾਨੂੰ ਵੈਲਿਊਜ਼ ਐਂਡ ਵਰਚੂਜ਼ ਨਾਲ ਲੈ ਕੇ ਚੱਲਣੀਆਂ ਪੈਣਗੀਆਂ, ਕਿਉਂਕਿ ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤ ਦਾ ਮਤਲਬ ਇਸ ਮਾਰਗ ਤੇ, ਪਰਮਾਤਮਾ ਮੈਂ ਇਸ ਮਾਰਗ ਤੇ ਕਿੱਦਾਂ ਚੱਲ ਸਕਦਾ ਜਦ ਤੱਕ ਮੈਨੂੰ ਵੈਲਿਊਜ਼ ਐਂਡ ਵਰਚੂਜ਼, ਜਿਹੜਾ ਕਿ ਅਸੀਂ ਇੱਕ ਬਹੁਤ ਪਹਿਲੇ ਡਿਸਕਸ਼ਨ 'ਚ ਵੀ ਲਿਆ ਸੀ ਕਿ ਚੰਗਿਆਈਆਂ ਬੁਰਿਆਈਆਂ ਸ਼ਬਦ ਹੈ, ਚਲੋ ਮੈਨੂੰ ਹੁਣੇ ਯਾਦ ਆ ਜਾਏਗਾ, ਮੈਂ ਰਿਪੀਟ ਕਰ ਦਿਆਂਗਾ। 5 ਵਰਡਸ ਦੇ ਵਿਚਕਾਰ ਹੀ ਗੁਰੂ ਸਾਹਿਬ ਨੇ ਪੂਰਨ ਉਹਦਾ ਵਿਆਖਿਆਨ ਕੀਤਾ ਵੈਲਿਊਜ਼ ਐਂਡ ਵਰਚੂ ਦਾ। ਉਸ ਤੋਂ ਬਾਅਦ ਆਉਂਦੀ ਹੈ ਸੈਲਫਲੈਸਨੈਸ ਟੂ ਰਿਫਲੈਕਟ ਇਨ ਦਾ ਲਵ। ਇਹ ਜਿਹੜੀ ਸਾਡੀ ਸੈਲਫਨੈਸ ਹੈ, ਸਾਡੇ ਪਿਆਰ ਦੇ ਵਿਚਕਾਰ ਰਿਫਲੈਕਟ ਹੋਣੀ ਚਾਹੀਦੀ ਹੈ, ਪਿਆਰ ਦੇ ਥਰੂ ਰਿਫਲੈਕਟ ਹੋਣੀ ਚਾਹੀਦੀ ਹੈ। ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ, ਭਾਉ ਕਰੇ ਮਨ ਤ੍ਰਿਸ਼ਨਾ ਨਾ ਬੂਝੀ ਮੇਰੇ ਪਿਆਰੇ, ਨਿਤਾਸ ਕਰੇ। ਮੈਂ ਪ੍ਰੇਮ ਦੇ ਰਸ ਵਿੱਚ ਅਗਰ ਨਹੀਂ ਕਰ ਰਿਹਾ ਤਾਂ ਵੀ ਸਾਨੂੰ ਉਹ ਪਰਮਾਤਮਾ ਦਾ ਨਾਮ ਦਾ ਅਹਿਸਾਸ ਨਹੀਂ ਹੋਏਗਾ। ਪ੍ਰੇਮ ਨੂੰ ਚਖਣਾ ਹੈ, ਪ੍ਰੇਮ ਨੂੰ ਚਖਣ ਤੋਂ ਬਾਅਦ ਹੀ ਨਾਮ ਸਾਹਮਣੇ ਆਏਗਾ, ਔਰ ਤਾਂ ਹੀ ਤ੍ਰਿਸ਼ਨਾ ਪੁੱਜੇਗੀ। ਉਸ ਤੋਂ ਬਿਨਾਂ ਤ੍ਰਿਸ਼ਨਾ ਨਹੀਂ ਪੁੱਜ ਸਕਦੀ।
ਸੋ ਚਾਹੇ ਇੱਥੇ ਜਿਵੇਂ ਇੱਕ ਫੋਟੋ ਦਿਖਾਇਆ ਮਾਂ ਤੇ ਬੱਚਾ ਲੇਟਿਆ ਹੋਇਆ, ਜਿਤਨਾ ਕੁ ਪ੍ਰੇਮ ਉਮੜ ਰਿਹਾ ਹੋਣਾ ਹੈ ਬੱਚੇ ਲਈ, ਕਿਤਨਾ ਕੁ ਉਹਦੇ ਸਿਰ ਤੇ ਹੱਥ ਫੇਰਿਆ ਜਾ ਰਿਹਾ ਹੋਣਾ, ਕਿਤਨਾ ਕੁਝ ਉਦਾਂ ਹੀ ਸਾਨੂੰ ਪਰਮਾਤਮਾ ਦੀ ਹਰ ਕ੍ਰੀਏਸ਼ਨ ਦੇ ਲਈ ਸਾਡਾ ਅੰਦਰੋਂ ਦੀ ਪਿਆਰ ਉਦਾਂ ਉਮੜੇ ਕਿ ਜਿਵੇਂ ਇਹੀ ਪਰਮਾਤਮਾ ਹੈ, ਇੱਥੇ ਹੀ ਪਰਮਾਤਮਾ ਹੈ, ਇਹਦੇ ਵਿੱਚ ਹੀ ਪਰਮਾਤਮਾ ਹੈ, ਇਹਦੇ ਵਿੱਚ ਹੀ ਨਾਮ ਸਮਾਇਆ ਹੋਇਆ। ਉਸ ਤੋਂ ਬਿਨਾਂ ਸਾਡੀ ਤ੍ਰਿਸ਼ਨਾ ਨਹੀਂ ਬੁੱਝਣ ਵਾਲੀ। So it should reflect, the selflessness has to reflect in the love. ਹੁਣ ਇਹ ਜਿਤਨੇ ਕੁ ਅਸੀਂ ਵਿਚਾਰ ਕੀਤੇ ਔਰ ਇਹ ਲਿਮਿਟਿਡ ਹੈ, ਇਹ ਸਾਰੇ ਨਹੀਂ ਹੈ, ਇਹ ਕੁਝ ਚੋਣਵੇਂ ਵਿਚਾਰ ਲਏ ਹੈ ਜੋ ਸਾਨੂੰ ਪਾਥ ਤੇ ਚੱਲਣ ਲਈ ਜ਼ਰੂਰੀ ਹੈ। ਸਾਨੂੰ ਪਾਥ ਤੇ ਚੱਲਣ ਲਈ ਸਾਨੂੰ ਪਤਾ ਹੋਣਾ ਚਾਹੀਦਾ ਇਹ ਚੀਜ਼ਾਂ ਹੈ। ਬਟ ਨਾਮ ਇਜ਼ ਐਨ ਐਕਸਪੀਰੀਐਂਸ਼ੀਅਲ ਜਰਨੀ। ਹੁਣ ਅਸੀਂ ਦੇਖਦੇ ਹਾਂ ਜਦੋਂ ਇਸ ਜਰਨੀ ਤੇ ਹਾਂ ਤੇ ਕਿਸ ਟਾਈਪ ਦਾ ਐਕਸਪੀਰੀਅੰਸ ਸਾਹਮਣੇ ਆਉਂਦਾ। ਇੱਕ ਤੇ ਹੈ ਐਕਸਪ੍ਰੈਸ਼ਨ ਆਫ ਟਰੂ ਫੀਲਿੰਗ, ਜਿਹਦਾ ਕਿ ਅਸੀਂ ਪਹਿਲੇ ਵੀ ਜ਼ਿਕਰ ਕੀਤਾ ਸੀ। ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ, ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ। ਉਹ ਪਰਮਾਤਮਾ ਦੇ ਜੋ ਰੰਗ ਦੇ ਜੋ ਨਾਮ ਦੇ ਨਾਲ ਜੁੜ ਗਿਆ ਹੈ, ਫਿਰ ਉਹ ਕਦੀ ਹੱਸ ਵੀ ਰਿਹਾ ਹੋਏਗਾ, ਕਦੀ ਉਹ ਰੋ ਰਿਹਾ ਹੋਏਗਾ, ਕਦੀ ਚੁੱਪ ਵੀ ਕਰ ਜਾਏਗਾ, ਪਰ ਉਹਨੂੰ ਹੋਰ ਕਿਸੇ ਦੀ ਪਰਵਾਹ ਨਹੀਂ ਪਰਮਾਤਮਾ ਦੇ ਨਾਮ ਤੋਂ ਬਿਨਾਂ। ਇਹ ਨਹੀਂ ਦੇਖ ਰਿਹਾ ਮੈਨੂੰ ਕੌਣ ਦੇਖ ਰਿਹਾ ਹੈ, ਮੈਨੂੰ ਕੋਈ ਵਾਚ ਤੇ ਨਹੀਂ ਕਰ ਰਿਹਾ, ਜਾਂ ਮੈਂ ਕਿਉਂ ਇਸ ਤਰ੍ਹਾਂ ਕਰ ਰਿਹਾ, ਉਹਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ। ਉਹ ਨੈਚੁਰਲ ਇਮੋਸ਼ਨਸ ਨੇ ਆ ਲੈਣ ਦੇਗਾ। ਹੱਸੀ ਆ ਰਹੀ ਹੈ ਤੇ ਹੱਸੀ ਆ ਰਹੀ ਹੈ, ਸਮਾਈਲ ਆ ਰਹੀ ਹੈ ਤੇ ਆ ਰਹੀ ਹੈ, ਅੱਖਾਂ 'ਚ ਅਥਰੂ ਆ ਰਹੇ ਹੈ ਤੇ ਆ ਰਹੇ ਹੈ। ਜੇ ਮਨ ਵਿਸਮਾਦ ਵਿੱਚ ਚੁੱਪ ਕਰ ਗਿਆ, ਫੇਸ ਤੇ ਕੋਈ ਐਕਸਪ੍ਰੈਸ਼ਨ ਹੀ ਨਹੀਂ ਹੈ, ਸਿਰਫ ਵਾਹ ਹੀ ਹੈ, ਕੁਝ ਕਹਿ ਹੀ ਨਹੀਂ ਪਾ ਰਿਹਾ, ਤੇ ਉਹ ਵੀ ਇੱਕ ਬੜਾ ਗਹਿਨ ਭਾਵ ਹੈ। ਉਹ ਸਾਰੇ ਦੇ ਸਾਰੀਆਂ ਫੀਲਿੰਗਸ ਆਣੀਆਂ ਬਹੁਤ ਜ਼ਰੂਰੀ ਹੈ। ਜਦ ਤੱਕ ਅਸੀਂ ਸ਼ਬਦ ਨੂੰ ਫੀਲਿੰਗ ਤੱਕ ਨਹੀਂ ਉਠਾ ਰਹੇ, ਸਾਡੀ ਗੱਲ ਨਹੀਂ ਬਣਨੀ। ਸੋ ਰੰਗ ਹੱਸੈ ਰੰਗ ਰੋਵੇ ਚੁੱਪ ਵੀ ਕਰ ਜਾਏ, ਕੁਝ ਵੀ ਹੋ ਸਕਦਾ, ਪਰ ਉਸ ਭਾਵ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ, ਟਰੂ ਫੀਲਿੰਗਸ ਤੱਕ। ਇਸ ਐਕਸਪੀਰੀਅੰਸ ਦੇ ਵਿੱਚ ਈਗੋ ਵੈਨਿਸ਼ਸ ਟੂ ਮੇਕ ਰੂਮ ਫॉर ਹਿਊਮਿਲਿਟੀ। ਮੇਰੇ ਮਨ ਤਨ ਨਾਮ ਆਧਾਰ ਹੈ ਹਉਮੈ ਬਿਖ ਜਾਲੀ। ਕਹਿੰਦੇ ਕਿ ਜਿਸ ਟਾਈਮ ਮੇਰੇ ਮਨ ਔਰ ਤਨ ਵਿੱਚ ਨਾਮ ਦਾ ਆਧਾਰ ਬਣ ਗਿਆ, ਹਉਮੈ ਦਾ ਬਿਖ ਜਲਣਾ ਸ਼ੁਰੂ ਹੋ ਗਿਆ, ਹਉਮੈ ਖਤਮ ਹੋਣੀ ਸ਼ੁਰੂ ਹੋਈ, ਔਰ ਉਤਨੀ ਹੀ ਹਿਊਮਿਲਿਟੀ ਲਈ ਜਗ੍ਹਾ ਬਣਦੀ ਜਾਏਗੀ। ਕੋਈ ਜ਼ਿਆਦਾ ਐਕਸਪਲੇਨ ਕਰਨ ਦੀ ਲੋੜ ਨਹੀਂ, ਬਹੁਤ ਜ਼ਿਆਦਾ ਇਹਦੇ ਤੇ ਵਿਚਾਰਾਂ ਹੁੰਦੀਆਂ ਹਉਮੈ ਉੱਤੇ। ਅਸੀਂ ਜਾਣਦੇ ਹਾਂ ਉਹ ਵੀ ਇੱਕ ਐਕਸਪੀਰੀਅੰਸ ਹੈ, ਔਰ ਐਕਸਪੀਰੀਅੰਸ ਹੈ ਜਦੋਂ ਨਾਮ ਹੱਥ ਲੱਗੇਗਾ ਤਾਂ ਹੀ ਹਉਮੈ ਡਾਊਨ ਜਾਏਗੀ। ਫਰਮ ਵਾਹਵਾ ਟੂ ਵਾਹਿਗੁਰੂ, ਵਾਹਵਾ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ। ਜਿਹਨੂੰ ਮਿਲ ਗਿਆ ਉਹ ਕਹਿ ਰਿਹਾ ਵਾਹ ਵਾਹ, ਇਹ ਤੇ ਮੇਰੇ ਸੱਚ ਨੂੰ ਮਿਲਾਣ ਲਈ ਹੋ ਰਹੀ, ਉਹਦੇ ਮੂੰਹ ਵਾਹ ਵਾਹ ਨਿਕਲ ਰਿਹਾ। ਨਾਨਕ ਵਾਹ ਵਾਹ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ। ਮੇਰੇ ਕਰਮ ਜਿਹੜੇ ਸੀ ਉਹ ਵਾਹ ਵਾਹ ਕਰਦਿਆਂ ਹੀ ਨਾਲ ਹੋ ਗਏ, ਵਾਹ ਵਾਹ ਹੀ ਕਰਮਾਂ 'ਚ ਆ ਗਿਆ, ਵਾਹ ਵਾਹ ਹੀ ਪਰਮਾਤਮਾ, ਇਦਾਂ ਲੱਗਦਾ ਕਰਮਾਂ 'ਚ ਪਰਮਾਤਮਾ ਆਪ ਆ ਚੁੱਕਾ। ਸੋ ਇਹ ਇੱਕ ਵਾਹ ਵਾਹ ਵੀ ਫੀਲਿੰਗ ਹੈ, ਟਰੂ ਫੀਲਿੰਗ ਹੈ, ਇੱਕ ਅਵਸਥਾ ਹੀ ਹੈ। ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰੇ ਲਿਵ ਲਾਏ, ਨਾਨਕ ਵਾਹ ਵਾਹ ਕਰੇ ਸੇ ਜਨ ਨਿਰਮਲੇ, ਤ੍ਰਿਭੁਵਨ ਸੋਝੀ ਪਾਏ। ਉਹ ਇੱਥੇ ਵੀ ਬਿਲਕੁਲ ਕਲੀਅਰਲੀ ਕਹਿ ਰਹੇ ਨੇ ਕਿ ਗੁਰਮੁਖ ਨੇ ਅੰਮ੍ਰਿਤ ਉਹ ਪੀਣਾ ਜੋ ਵਾਹ ਵਾਹ ਕਰੇ, ਉਹਦੀ ਲਿਵ 'ਚ ਲੱਗ ਜਾਏ, ਉਹ ਕਰਦੇ ਕਰਦੇ ਨਿਰਮਲ ਹੋ ਜਾਂਦਾ ਔਰ ਤ੍ਰਿਭੁਵਨ ਸੋਝੀ ਪਾਏ, ਉਹਨੂੰ ਸਾਰੇ ਭਵਨਾਂ ਦੀ ਸੋਝੀ ਹੋ ਰਹੀ ਹੈ। ਉਹ ਵਾਹ ਵਾਹ ਨਾਲ ਹੀ ਅੰਦਰ ਚੱਲ ਰਿਹਾ, ਚਾਹੇ ਮੂੰਹ 'ਚ ਚੱਲ ਰਿਹਾ ਨਹੀਂ ਚੱਲ ਰਿਹਾ ਉਹ ਗੱਲ ਵੱਖਰੀ ਹੈ, ਪਰ ਕਿਤੇ ਨਾ ਕਿਤੇ ਉਹਦੀ ਐਪਰੀਸ਼ੀਏਸ਼ਨ, ਉਹਦੀ ਪ੍ਰਸ਼ੰਸਾ ਉਹ ਸਭ ਚੱਲ ਰਹੀ ਹੈ। ਜਿਉਂ ਹੀ ਬਾਣੀ ਪੜ ਰਿਹਾ, ਅੱਖਾਂ 'ਚ ਅਥਰੇ ਵੀ ਨਿਕਲ ਰਹੇ, ਨਾਲ ਵਾਹ ਵਾਹ ਵੀ ਨਿਕਲ ਰਿਹਾ, ਸਮਾਈਲ ਵੀ ਨਿਕਲ ਰਹੀ ਹੈ, ਨਾਲ ਵਾਹ ਵਾਹ ਵੀ ਦਿਲ ਕਰ ਰਿਹਾ। ਕਿਆ ਪਰਮਾਤਮਾ ਤੇਰੇ ਗੁਣ ਨੇ, ਕੀ ਤੇਰੀ ਸ੍ਰਿਸ਼ਟੀ ਹੈ, ਕੀ ਤੇਰਾ ਸਿਸਟਮ ਹੈ, ਕਿੰਨੀਆਂ ਤੇਰੀਆਂ ਮਿਹਰਾਂ ਨੇ, ਉਹ ਵਾਹ ਵਾਹ ਨਾਲ ਹੀ ਚੱਲਦੀ ਹੈ। ਇਸ ਤੋਂ ਇਲਾਵਾ ਐਕਸਪੀਰੀਅੰਸ ਦੇ ਵਿੱਚ ਆਉਂਦੀ ਹੈ ਗ੍ਰੇਟ ਫੀਲਿੰਗ, ਜਿਹਨੂੰ ਅਸੀਂ ਵਾਹਿਗੁਰੂ ਕਹਿ ਕੇ ਕਿਹਾ, ਵਾਓ ਐਂਡ ਗੁਰੂ, which is expression of eternal bliss that takes from darkness to light। ਜਦੋਂ ਵਾਹਿਗੁਰੂ ਕਹਾਂ, ਜਦੋਂ ਸ਼ਬਦ ਦੇ ਵਿੱਚੋਂ ਉਹ ਫੀਲ ਆਣਾ ਸ਼ੁਰੂ ਹੋ ਜਾਏ, ਜਦੋਂ ਲੱਗੇ ਕਿ ਨਾਮ ਆ ਰਿਹਾ ਹੈ ਤੇ ਨਾਲ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਉਹ ਐਟਰਨਲ ਬਲਿਸ ਹੈ ਜਿਹੜਾ ਮੈਨੂੰ ਅੰਧਕਾਰ ਤੋਂ ਲਾਈਟ ਰੋਸ਼ਨੀ ਵੱਲ ਲੈ ਗਿਆ। ਉਹ ਨਾਮ ਹੀ ਹੈ ਜੋ ਅੰਧਕਾਰ ਤੋਂ, ਕਿਉਂਕਿ ਅਸੀਂ ਹੁਣ ਤਤ ਗਿਆਨ ਦੀ ਗੱਲ ਕਰ ਰਹੇ ਹਾਂ। ਉਹ ਤਤ ਗਿਆਨ ਜਦੋਂ ਹੱਥ ਲੱਗਿਆ ਤੇ ਉਹਨੇ ਹਨੇਰੇ ਤੋਂ ਰੋਸ਼ਨੀ ਪਾਤੀ ਕਿ ਇਹਦੀ ਅਸਲੀਅਤ ਕੀ ਹੈ। ਉਸ ਤਤ ਗਿਆਨ ਨੂੰ ਹੀ ਸੰਭਾਲ ਕੇ ਰੱਖਣਾ, ਉਹ ਨਾਲ ਹੀ ਵਾਹਿਗੁਰੂ ਆਊਗਾ, ਵਾਹਿਗੁਰੂ ਮੂੰਹ ਚੋਂ ਵੀ ਨਿਕਲੇਗਾ। ਹੁਣ ਜੋ
ਫਰਦਰ ਹੈ ਲਾਈਫ ਐਕਸਪੀਰੀਐਂਸਿਸ ਦੇ ਵਿੱਚ ਆਨੰਦ ਦੀ ਅਵਸਥਾ। ਹੋਰ ਥੋੜਾ ਅੱਗੇ ਚੱਲੀਏ ਤੇ ਇੱਕ ਆਨੰਦ ਦੀ ਅਵਸਥਾ ਹੈ। ਨਾਨਕ ਭਗਤਾਂ ਭੁੱਖ ਸਾਲਾਹਣ ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਛਾਰ। ਕਹਿੰਦੇ ਨਾਨਕ ਹੁਣ ਭਗਤਾਂ ਦੀ ਤੇ ਉਹ ਅਵਸਥਾ ਹੈ ਕਿ ਉਹਦੀ ਸਲਾਹਣ ਦੀ ਭੁੱਖ ਹੈ। ਕਿਸ ਤਰ੍ਹਾਂ ਪਰਮਾਤਮਾ ਨੂੰ ਸਲਾਹੀਏ? ਇਹ ਨਹੀਂ ਕਿ ਮੈਨੂੰ ਪਾਠ ਕਰਨਾ ਹੈ ਤੇ ਮੇਰੇ ਲਈ ਮਜਬੂਰੀ ਹੈ, ਪਾਠ ਕਰਨਾ ਤੇ ਮੇਰੇ ਲਈ ਸਲਾਹਣ ਹੈ, ਮੈਨੂੰ ਤੇ ਭੁੱਖ ਲੱਗਦੀ ਹੈ। ਜਿਵੇਂ ਰੋਟੀ ਰੋਜ਼ ਖਾਂਦੇ ਆ ਉਸ ਤਰ੍ਹਾਂ ਪਾਠ ਕਰਨ ਦੀ ਭੁੱਖ ਲੱਗੀ ਹੈ ਵੀ ਅੱਜ ਪਾਠ ਨਹੀਂ ਹੋਇਆ, ਲੱਗਦਾ ਪਰਮਾਤਮਾ ਦੀ ਸਲਾਹਣਾ ਨਹੀਂ ਕਰ ਪਾਇਆ ਮੈਂ, ਉਹੀ ਮੇਰੇ ਸੱਚ ਨਾਮ ਦਾ ਆਧਾਰ ਹੈ। ਸਦਾ ਆਨੰਦ ਰਹੇ ਦਿਨ ਰਾਤੀ, ਉਹ ਤੇ ਫਿਰ ਹਮੇਸ਼ਾ ਆਨੰਦ ਵਿੱਚ ਆ ਗਿਆ। ਗੁਣਵੰਤਿਆਂ ਪਾਛਾ, ਜੋ ਗੁਣਵੰਤੇ ਨੇ ਉਹਨਾਂ ਦੀ ਉਹ ਧੂੜ ਮੰਗਦਾ। ਜਿਸ ਵੀ ਗੁਣਵੰਤੇ ਨੂੰ ਮੈਨੂੰ ਹੋਰ ਗੁਣ ਦਿਓ, ਮੈਨੂੰ ਗੁਣਾ ਤੋਂ ਪਛਾਣ ਕਰਾਓ, ਪਰਮਾਤਮਾ ਦੇ ਗੁਣਾਂ ਨਾਲ ਮੇਰੀ ਜਾਣ ਪਛਾਣ ਹੋਏ। ਸੋ ਪਰਮਾਤਮਾ ਨੂੰ ਸਲਾਹਣਾ ਜੋ ਕਿ ਸੱਚ ਨਾਮ ਦਾ ਆਧਾਰ ਹੈ, ਆਨੰਦ ਦੀ ਅਵਸਥਾ 'ਚ ਰਹਿਣਾ, ਇਹ ਵੀ ਇੱਕ ਐਕਸਪੀਰੀਅੰਸ ਹੈ। ਜਿਹਨੂੰ ਨਾਮ ਜਿਤਨਾ ਮਿਲਦਾ ਜਾਣਾ ਹੈ ਉਤਨਾ ਹੀ ਆਨੰਦ ਦੀ ਅਵਸਥਾ 'ਚ ਚਲੇ ਜਾਣਾ। ਇਹ ਇੱਕ ਫਾਈਨਲ ਸਟੇਜ ਹੈ ਮੂਵਿੰਗ ਟੂਵਰड्स वननेस। सबको तेरे वस अगम अगोचरा, तू भगतां के वस भगता ताण तेरा। ਤੇ ਬਹੁਤ ਵੱਡੀ ਗੱਲ कहती, कहते अगम अगोचर परमात्मा सब कुछ ते तेरे वस च है, पर तू भगतां दे वस च है। तू भगतां के वस भगतां ताण तेरा। सारा जो भगतां को ताण है, पावर है, वो चाहे तेरी दिती हुई है, पर ਜਦੋਂ ਉਹ ਪਾਵਰ ਚਾਹਣ ਤੇਰੇ ਕੋਲ ਲੈ ਲੈਂਦੇ ਨੇ। ਇੰਨੀ ਕੁ ਤੇ ਉਹਨਾਂ ਦੇ ਵਸ ਹੈ ਕਿਉਂਕਿ ਉਹਨਾਂ ਨੇ ਹੁਣ ਨਾਮ ਲੈ ਲਿਆ, ਨਾਮ ਉਹਨਾਂ ਕੋਲ ਪਹੁੰਚ ਚੁੱਕਾ ਹੈ। ਹੁਣ ਉਹ ਭਗਤੀ ਦੇ ਵਿੱਚ ਇਸ ਅਵਸਥਾ ਵਿੱਚ ਨੇ, ਜਦੋਂ ਚਾਹਣ ਪਰਮਾਤਮਾ ਵੱਲ ਮੂੰਹ ਕਰਨ ਤੇ ਉਹਦੇ ਕੋਲੋਂ ਪਾਵਰ ਜੋ ਚਾਹੇ ਲੈ ਲੈਂਦੇ ਨੇ, ਜਿਤਨੀ ਸ਼ਕਤੀ ਚਾਹੀਦੀ ਹੈ। ਇਹ ਸ਼ਕਤੀ ਉਹਨਾਂ ਨੇ ਕਿਸੇ ਦੁਨਿਆਵੀ ਉਹਦੇ ਲਈ ਨਹੀਂ ਚਾਹੀਦੀ, ਇਹ ਸ਼ਕਤੀ ਉਹਨਾਂ ਨੂੰ ਸੇਵਾ ਕਰਨ ਲਈ ਚਾਹੀਦੀ ਹੈ, ਇਹ ਸ਼ਕਤੀ ਉਹਨਾਂ ਨੂੰ ਫਰਦਰ ਨਾਮ ਨਾਲ ਜੁੜਨ ਲਈ ਚਾਹੀਦੀ ਹੈ। ਤਾਂ ਇਹ ਭਗਤੀ ਨਹੀਂ ਹੁੰਦੀ ਕਿ ਮੈਂ ਭਗਤੀ ਕਰਕੇ 4 ਕੋਠੀਆਂ ਦੀ ਪਾਵਰ ਲੈ ਲਈ, ਇਦਾਂ ਨਹੀਂ। ਸੋ ਭਗਤੀ ਭਗਤ ਮੰਗੇਗਾ ਹੀ ਉਹ ਜਿਹਦੇ ਨਾਲ ਉਹਦੇ ਚ ਫਰਦਰ ਗੁਣਾਂ ਦਾ ਫੈਲਾਅ ਹੋਏ, ਵਰਤਾਵਾ ਹੋਏ, ਸੇਵਾ ਹੋਏ, ਉਹ ਸਭ ਮੰਗੇਗਾ। ਸੋ ਤੂੰ ਭਗਤਾਂ ਕੇ ਵਸ ਪਰਮਾਤਮਾ, ਉਹਨਾਂ ਦੇ ਕੰਮ ਤੇ ਤੂੰ ਆਪ ਕਰਾ ਰਿਹਾ ਹੁੰਦਾ, ਤੂੰ ਥੋੜੀ ਕਰ ਰਿਹਾ ਹੁੰਦਾ, ਉਹ ਥੋੜੀ ਕਰ ਰਹੇ ਹੁੰਦੇ ਨੇ, ਤੇ ਤੂੰ ਉਹਨਾਂ ਦੇ ਵਸ ਹੁੰਦਾ, ਉਹ ਚਾਹੁੰਦੇ ਨੇ ਤੇਰੇ ਕੋਲ ਕਰਾ ਲੈਂਦੇ ਨੇ। ਕਹਿੰਦੇ ਪਰਮਾਤਮਾ ਸਾਡੇ ਕੋਲ ਇਹ ਕੰਮ ਨਹੀਂ ਹੋਣਾ, ਤੂੰ ਕਰ ਦੇ, ਤੂੰ ਕਰ ਦਿੰਦਾ, ਤੇ ਤੂੰ ਪਰਮਾਤਮਾ ਉਹਨਾਂ ਦੇ ਵਸ ਵਿੱਚ ਹੁੰਦਾ ਹੈ। ਕਿੰਨੀ ਵੱਡੀ ਦੇਣ ਹੈ, ਕਿੰਨੀ ਵੱਡੀ ਬਖਸ਼ਿਸ਼ ਹੈ, ਕਿੰਨੀ ਵੱਡੀ ਗ੍ਰੇਸ ਹੈ ਜੇ ਪਰਮਾਤਮਾ ਵੱਲ ਜਾ ਰਹੇ। ਐਂਡ ਫਾਈਨਲੀ ਵਨਨੈਸ ਅਚੀਵਡ, ਜਿਨ੍ਹਾਂ ਨਾ ਵਿਸਰੇ ਨਾਮ ਸਿੱਖ ਨੇਹੀਆ, ਭੇਦ ਨਾ ਜਾਣੋ ਮੂਲ ਸਾਈਂ ਜਈ। ਹੁਣ ਕੀ ਭੇਦ ਪਾਓਗੇ ਉਹਨਾਂ ਦਾ? ਉਹ ਤੇ ਕਹਿੰਦੇ ਉਹ ਤੇ ਸਾਈਂ ਵਰਗੇ ਹੀ ਨੇ, ਉਹ ਤੇ ਇੱਕਮਿਕ ਹੋ ਗਏ ਨੇ, ਹੁਣ ਲਹਿਰ ਲਹਿਰ ਚ ਮਿਲ ਚੁੱਕੀ ਹੈ। ਹੁਣ ਕਿੱਥੋਂ ਦੱਸੋਗੇ ਉਹ ਸਮੁੰਦਰ ਕਿਹੜਾ ਸੀ ਔਰ ਇਹ ਸਮੁੰਦਰ ਕਿਹੜਾ? ਸੋ ਜਿਨ੍ਹਾਂ ਨਾ ਵਿਸਰੇ ਨਾਮ, ਜਿਨ੍ਹਾਂ ਦੇ ਕੋਲ ਉਹ ਅਵਸਥਾ ਪਹੁੰਚੀ। ਸੋ ਇਹ ਸਾਡੀ ਇੱਕ ਐਕਸਪੀਰੀਐਂਸ਼ੀਅਲ ਜਰਨੀ ਹੈ। ਪਹਿਲਾਂ ਅਸੀਂ ਪਾਥ ਨੂੰ ਸਮਝਿਆ, ਉਸ ਦੇ ਵਿਚਕਾਰ ਕਿਸ ਕਿਸ ਤਰ੍ਹਾਂ ਦੇ ਐਕਸਪੀਰੀਐਂਸਿਸ ਆ ਰਹੇ ਨੇ, ਸਭ ਬਾਣੀ ਦੇ ਵਿੱਚ ਲਿਖੇ। ਇਹਦੇ ਵਿੱਚ ਪੂਰੀ ਦੀ ਪੂਰੀ ਮਾਰਗ ਨੂੰ ਸਪਸ਼ਟ ਤੌਰ ਤੇ ਬਾਣੀ ਦੇ ਵਿੱਚ ਸਮਝਾਇਆ, ਕਿੱਥੇ ਕੋਈ ਐਂਬੀਗਿਊਟੀ ਨਹੀਂ ਛੱਡੀ। ਇੱਥੇ ਇੱਕ ਥੱਲੇ ਲਿਖਿਆ ਨਾਮ ਅੰਮ੍ਰਿਤ ਹੈ। ਹੁਣ ਜੋ ਅਖੀਰ ਦੇ ਵਿੱਚ ਨਾਮ ਜੋ ਹੈ, ਅਸੀਂ ਸਲਾਈਡ ਵਿੱਚ ਵੀ ਡਿਸਕਸ ਕੀਤਾ ਸੀ, ਸ਼ਬਦ ਤੋਂ ਹੁਕਮ, ਹੁਕਮ ਤੋਂ ਨਾਮ, ਨਾਮ ਦਾ ਭੰਡਾਰ ਅੰਮ੍ਰਿਤ। ਸੋ ਨਾਮ ਇੱਕ ਅੰਮ੍ਰਿਤ ਦਾ ਰੂਪ ਲੈ ਰਿਹਾ, ਔਰ ਅੰਮ੍ਰਿਤ ਦਾ ਮਤਲਬ ਜੋ ਫਾਈਨਲ ਹੈ, ਜੋ ਅਮਰ ਹੈ, ਜੋ ਹੁਣ ਪਰਮਾਤਮਾ 'ਚ ਮਿਲ ਹੀ ਜਾਣਾ ਹੈ। ਸੋ ਅਸੀਂ ਅੰਮ੍ਰਿਤ ਦਾ ਜੋ ਟ੍ਰੈਜਰ ਹੈ ਉਹਦੇ ਬਾਰੇ ਥੋੜੀ ਗੱਲ ਕਰਾਂਗੇ। ਅੰਮ੍ਰਿਤ ਦਾ ਜੋ ਟ੍ਰੈਜਰ ਫਾਈਨਲੀ ਨਾਮ ਦਾ ਭੰਡਾਰ ਹੈ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮੁਤ ਪਾਏ ਰਾਮ, ਹਉਮੈ ਮਾਇਆ ਬਿਖ ਹੈ ਮੇਰੀ ਜਿੰਦੜੀਏ, ਹਰ ਅੰਮ੍ਰਿਤ ਬਿਖ ਲਹਿ ਜਾਏ ਰਾਮ। ਉਹ ਕਹਿੰਦੇ ਕਿ ਜੋ ਮੇਰਾ ਹਉਮੈ ਦਾ ਬਿਖ ਸੀ, ਮੇਰੀ ਜਿੰਦੜੀਏ, ਉਹ ਬਿਖ ਤੇ ਅੰਮ੍ਰਿਤ ਕੱਢ ਕੇ ਲੈ ਗਿਆ, ਉਹ ਤੇ ਉਹਨੇ ਕਲੀਨ ਕਰ ਦਿੱਤਾ। ਇੰਜ ਕਿ ਕਈ ਵਾਰ ਕੋਈ ਚੀਜ਼ ਨਾਲੀ ਬਲੌਕ ਹੋ ਜਾਂਦੀ ਹੈ, ਅਸੀਂ ਕਹਿੰਦੇ ਇਹਦੇ ਤੇ ਫਲਾਣਾ ਚੀਜ਼ ਪਾ ਦਿਓ, ਕਲੀਅਰ ਹੋ ਜਾਏਗਾ ਬਿਲਕੁਲ। ਉਸ ਤਰ੍ਹਾਂ ਸਾਡੀਆਂ ਜੋ ਗੰਦਗੀਆਂ ਸਨ, ਜੋ ਸਾਡੇ ਵਿਕਾਰ ਸੀ, ਜੋ ਸਾਡੀ ਹਉਮੈ ਸੀ, ਉਹ ਅੰਮ੍ਰਿਤ ਨੇ ਧੋ ਕੇ ਰੱਖ ਦਿੱਤੇ। ਸੋ ਹਉਮੈ ਮਾਇਆ ਬਿਖ ਹੈ, ਉਹ ਤੇ ਹਉਮੈ ਤੇ ਮਾਇਆ ਦੇ ਵਿੱਚ ਇੱਕ ਜ਼ਹਿਰ ਦੀ ਤਰ੍ਹਾਂ ਸੀ,
ਹਰ ਅੰਮ੍ਰਿਤ ਬਿਖ ਲੈ ਜਾਏ ਰਾਮ। ਅੰਮ੍ਰਿਤ ਨੇ ਉਹਨੂੰ ਕਲੀਨ ਕਰ ਦਿੱਤਾ, ਉਹਨੂੰ ਹਟਾ ਦਿੱਤਾ, ਉਹਨੂੰ ਸਪਸ਼ਟ ਤੌਰ ਤੇ ਖਤਮ ਕਰਤਾ। इसी ट्रेजर ਦੇ ਵਿੱਚ ਕਹਿੰਦੇ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕਸ ਘਟਮਾ ਹੈ ਅਨਿਕ ਰੰਗ ਨਾਨਾ ਦ੍ਰਿਸ਼ਟਾ ਹੈ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ। ਇੱਥੇ ਆ ਕੇ ਗੱਲ ਕਰ ਰਹੇ ਨੇ ਕਿ ਜਿਤਨੀਆਂ ਵੀ ਨਿਧੀਆਂ ਨੌ ਨਿਧੀਆਂ ਹਨ ਉਹਨਾਂ ਦੀ ਕੋਈ ਲੋੜ ਨਹੀਂ, ਹੁਣ ਅੰਮ੍ਰਿਤ ਪ੍ਰਭ ਕਾ ਨਾਮ ਹੈ। ਦੇਹੀ में इसका विश्राम, ਅੰਮ੍ਰਿਤ ਸਰੀਰ ਦੇ ਅੰਦਰ ਜਾ ਕੇ ਹੁਣ ਵਿਸ਼ਰਾਮ ਸਥਾਪਿਤ ਹੋ ਚੁੱਕਾ ਹੈ। ਸੁਨ ਸਮਾਦ ਅਨਹਦ ਤੈਨਾਤ। ਇਸੀ ਤੋਂ ਜੋ ਅਨਹਦ ਨਾਦ ਦੀ ਗੱਲ ਕਰ ਰਹੇ ਹਾਂ, ਉਹ ਅਨਹਦ ਨਾਦ ਜਦੋਂ ਇਨਸਾਨ ਵਜਾਣਾ ਚਾਹੇ ਵੱਜ ਰਿਹਾ, ਉਸ ਪਰਮਾਤਮਾ ਜੋ ਅਸੀਂ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਚ ਪੜਦੇ ਹਾਂ ਜਾਂ ਫਿਰ ਸੋਦਰ ਤੇਰਾ ਕਿਹਾ ਸੋਗਰ ਕਿਹਾ ਦੀ ਪੌੜੀ ਚ ਪੜਦੇ ਹਾਂ, ਉਹ ਸਾਰੇ ਨਾਦਾਂ ਦਾ ਉੱਤੇ ਇੱਕ ਤਰ੍ਹਾਂ ਦੀ ਕਮਾਂਡ ਆ ਚੁੱਕੀ ਹੈ। ਜਿਹਦੇ ਨਾਲ ਜੁੜਨਾ ਚਾਹੇ ਉਹ ਸੁਨ ਸਮਾਦ ਵਿੱਚ ਜਾ ਕੇ ਜੁੜ ਸਕਦਾ ਹੈ। ਉਹਦੇ ਅਵਸਥਾ ਦੇ ਵਿੱਚ ਕਹਿਣ ਨਾ ਜਾਈ ਅਚਰਤ ਬਿਸਮਾਦ, ਉਹਨੂੰ ਫਿਰ ਉਸ ਬਿਸਮਾਦ ਨੂੰ ਨਹੀਂ ਕਿਹਾ ਜਾ ਸਕਦਾ। ਇਹ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਜੋ ਹੈ ਇਹ ਬਹੁਤ ਬਹੁਤ ਹੀ ਉੱਚੀ ਅਵਸਥਾ ਹੈ। ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋਜੀ ਪਾਏ। ਦਿਖਾਣਾ ਪਰਮਾਤਮਾ ਨੇ ਆਪ ਹੀ ਹੈ। ਅਸੀਂ ਸਿਰਫ ਇਹ ਕਹਿ ਸਕਦੇ ਹਾਂ ਕਿ ਪਰਮਾਤਮਾ ਸਾਨੂੰ ਕੋਸ਼ਿਸ਼ ਕਰਨ ਦਾ ਮੌਕਾ ਦਿਓ, ਅਸੀਂ ਕੋਸ਼ਿਸ਼ ਕਰ ਸਕੀਏ ਕਿ ਤੇਰੀ ਡਾਇਰੈਕਸ਼ਨ ਚਲੇ ਜਾਈਏ। ਇੱਥੇ ਨਾ ਇੱਕ ਐਨਾਲਿਸਿਸ ਦੇ ਲਈ ਅਸੀਂ ਇੱਕ ਛੋਟਾ ਜਿਹਾ, ਆਈ ਥਿੰਕ ਸਮਾਂ ਵੀ ਕਾਫੀ ਹੋ ਗਿਆ, ਪਰ 10 ਕੁ ਮਿੰਟ ਹੋਰ ਲੱਗ ਜਾਣਗੇ, ਅਦਰਵਾਈਜ਼ ਉਹ ਕੰਪਲੀਟ ਨਹੀਂ ਹੋਏਗਾ। ਅਸੀਂ ਦੋ ਬੈਂਕਾਂ ਤੇ ਟ੍ਰੇਡਿੰਗ ਸਿਸਟਮ ਦੇਖਦੇ ਹਾਂ। ਇੱਕ ਬੈਂਕ ਇਹ ਹੈ, ਇਸ ਬੈਂਕ ਦਾ ਸਿਸਟਮ ਹੈ ਜੋ ਅਸੀਂ ਸਭ ਜਾਣਦੇ ਹਾਂ। ਇੱਥੇ ਅਸੀਂ ਜਾ ਕੇ ਪੈਸੇ ਡਿਪੋਜ਼ਿਟ ਕਰਦੇ ਹਾਂ, ਟਾਈਮ ਦੇ ਨਾਲ ਸਾਨੂੰ ਇੰਟਰਸਟ ਮਿਲਦਾ ਹੈ। ਜਦੋਂ ਅਸੀਂ ਆਪਣਾ ਪ੍ਰਿੰਸੀਪਲ ਨਿਕਲਵਾਉਂਦੇ ਆ ਤੇ ਉਤਨਾ ਘਟ ਜਾਂਦਾ ਹੈ, ਉਹਦੇ ਹਿਸਾਬ ਨਾਲ ਇੰਟਰਸਟ ਵੀ ਘਟਦਾ ਜਾਂਦਾ ਹੈ। ਔਰ ਉਤਨਾ ਹੀ ਨਿਕਲਵਾ ਸਕਦੇ ਹਾਂ ਜਿਤਨਾ ਅਸੀਂ ਪਾਇਆ। ਇਹਦੇ ਚ ਕੋਈ ਦੋ ਡਾਊਟ ਹੀ ਨਹੀਂ ਹੈ। ਥੋੜਾ ਬਹੁਤ ਇੰਟਰਸਟ ਮਿਲਦਾ ਹੈ ਔਰ ਇਹ ਦੁਨੀਆ ਦਾ ਵਪਾਰ ਚੱਲ ਰਿਹਾ। ਇੱਕ ਦੂਸਰਾ ਬੈਂਕ ਵੀ ਹੈ, ਇਸ ਬੈਂਕ ਦੇ ਤੇ ਦਰਵਾਜ਼ੇ ਵੀ ਕੋਈ ਨਹੀਂ ਹੈ। ਇੱਥੇ ਇੱਕ ਬੜੇ ਡਿਫਰੈਂਟ ਜਿਹੇ ਰੂਲ ਹੈ। ਉਹ ਕਹਿੰਦੇ ਤੁਸੀਂ ਇੱਥੇ ਜਿੰਨਾ ਮਰਜ਼ੀ ਪਾ ਜਾਓ, ਕੋਈ ਦਿੱਕਤ ਨਹੀਂ ਹੈ, ਪਰ ਜੇ ਤੁਸੀਂ ਇਹਨੂੰ ਕਢਵਾਓਗੇ ਨਹੀਂ ਤੇ ਅਸੀਂ ਕੱਟ ਲਾਂਗੇ। ਜੇ ਤੁਸੀਂ ਇਸ ਜੋ ਤੁਸੀਂ ਇਸ ਬੈਂਕ 'ਚ ਰੱਖਿਆ, ਜੇ ਉਹਨੂੰ ਕੱਢ ਕੇ ਨਹੀਂ ਲੈ ਜਾਓਗੇ ਤੇ ਘਟ ਜਾਏਗਾ, ਤੇ ਆਪਣੇ ਆਪ ਹੀ ਰੋਡ ਹੋ ਜਾਏਗਾ। ਪਰ ਜੇ ਤੁਸੀਂ ਕੱਢ ਕੇ ਲੈ ਜਾਓਗੇ ਤੇ ਅਸੀਂ ਉਤਨਾ ਮੇਨਟੇਨ ਵੀ ਨਹੀਂ ਕਰਾਂਗੇ, ਜਿਤਨਾ ਤੁਸੀਂ ਕੱਢਿਆ ਉਤਨਾ ਵਾਪਸ ਪਾ ਦਿਆਂਗੇ ਇਹਦੇ ਵਿੱਚ, ਉਸ ਤੋਂ ਹੋਰ ਡਬਲ ਪਾ ਦਿਆਂਗੇ ਇਹਦੇ ਵਿੱਚ। ਤੁਸੀਂ 100 ਜਮ੍ਹਾਂ ਕਰਾਏ ਸੀ, 50 ਕਢਾ ਰਹੇ ਹੋ, ਅਸੀਂ ਇਹਨੂੰ 150 ਕਰਕੇ 50 ਤੁਹਾਨੂੰ ਦੇ ਦਿਆਂਗੇ। ਜਿੰਨਾ ਕਢਾਓਗੇ ਉਨਾ ਲੈ ਜਾਓ, ਇਤਨੇ ਉਤਨਾ ਹੀ ਅਸੀਂ ਪਾਉਣ ਨੂੰ ਤਿਆਰ। ਇਹ ਅਜੀਬ ਜਿਹਾ ਬੈਂਕ ਹੈ। ਸੋ ਅਸੀਂ ਜਿਸ ਟ੍ਰੈਜਰ ਦੀ ਗੱਲ ਕਰ ਰਹੇ ਸੀ, ਇੱਕ ਮਨੀ ਬੈਂਕ ਹੈ, ਇੱਕ ਅੰਮ੍ਰਿਤ ਬੈਂਕ। ਇਹ ਸਾਡਾ ਰੋਜ਼ ਦਾ ਕਮਰਸ਼ੀਅਲ ਬੈਂਕ ਹੈ। ਇੱਕ ਪਰਮਾਤਮਾ ਦਾ ਆਪਣਾ ਅੰਮ੍ਰਿਤ ਦਾ ਭੰਡਾਰ ਹੈ। ਉਹ ਜਿਸ ਅੰਮ੍ਰਿਤ ਦੇ ਭੰਡਾਰ ਨੂੰ ਚੁੱਕ ਕੇ ਅਸੀਂ ਆਪਣੇ ਅੰਮ੍ਰਿਤ ਭੰਡਾਰ ਬਣਾ ਦੇਣਾ, ਤਾਂ ਕਿ ਦੋਨੋਂ ਅੰਮ੍ਰਿਤ ਭੰਡਾਰ ਆਪਸ 'ਚ ਮਿਲ ਜਾਣ। ਔਰ ਇਹਦੇ ਬਾਰੇ ਸਪਸ਼ਟ ਰੂਪ 'ਚ ਬਾਣੀ 'ਚ ਇਸ ਬੈਂਕ ਦੀ ਗੱਲ ਕੀਤੀ, ਉਹ ਅਸੀਂ ਅੱਗੇ ਚੱਲ ਕੇ ਦੇਖਦੇ ਹਾਂ। ਫਿਰ ਨਾਮ ਦੀਆਂ ਜੋ ਟ੍ਰਾਂਸੈਕਸ਼ਨਸ ਨੇ ਨਾ, ਉਹ ਦੋ ਤਰ੍ਹਾਂ ਦੀਆਂ ਨੇ। ਜੋ ਮਤਲਬ ਮੈਂ ਕਿਤੇ ਡਾਇਰੈਕਟ ਤੇ ਨਹੀਂ ਲਿਖਿਆ, ਪਰ ਜੋ ਵਿਚਾਰ ਬਾਣੀ 'ਚ ਨਿਕਲ ਕੇ ਸਾਹਮਣੇ ਆਏ ਉਹ ਦੋ ਤਰ੍ਹਾਂ ਦੀਆਂ। ਜਿਵੇਂ ਬੈਂਕ ਦੇ ਵਿੱਚ ਦੋ ਤਰ੍ਹਾਂ ਦੀਆਂ ਟ੍ਰਾਂਸੈਕਸ਼ਨਸ ਹੁੰਦੀਆਂ, ਇੱਕ ਹੈ ਨਾਮ ਕਮਾਉਣਾ, ਇੱਕ ਹੈ ਨਾਮ ਧਿਆਉਣਾ। ਇੱਕ ਬੈਂਕ ਵਿੱਚ ਅਸੀਂ ਡਿਪੋਜ਼ਿਟ ਹੈ ਔਰ ਦੂਸਰਾ ਵਿਡਰਾਅਲ ਹੈ। ਸੋ ਨਾਮ ਕਮਾਉਣਾ ਜਿਹੜਾ ਉਹ ਡਿਪੋਜ਼ਿਟ ਹੈ। ਅਸੀਂ ਨਾਮ ਕਿੰਨਾ ਡਿਪੋਜ਼ਿਟ ਕਰਦੇ ਜਾ ਰਹੇ ਹਾਂ, ਕਿੰਨੇ ਕੁ ਸ਼ਬਦ ਦੀਆਂ ਗਹਿਰਾਈਆਂ ਜਾ ਰਹੇ ਹਾਂ, ਕਿਤਨਾ ਕੁ ਅਸੀਂ ਨਾਮ ਨੂੰ ਸੰਜੋ ਲਿਆ। ਉਹ ਨਾਮ ਧਿਆਉਣਾ, ਉਹਨੂੰ ਕੱਢ ਕੇ ਇਸਤੇਮਾਲ ਕਰਨਾ। ਸੋ ਡਿਪੋਜ਼ਿਟ ਐਂਡ ਉਹਨੂੰ ਵਿਡਰਾਅਲ ਕਹਿ ਸਕਦੇ, ਨਾਮ ਧਿਆਉਣਾ। ਸੋ ਨਾਮ ਨੂੰ ਕਮਾਉਣਾ ਔਰ ਨਾਮ ਨੂੰ ਧਿਆਉਣਾ ਦੇ ਸ਼ਬਦ ਹਨ, ਜਿਨ੍ਹਾਂ ਦੇ ਵਿਚਕਾਰ ਥੋੜਾ ਕਲੀਅਰ ਹੋ ਜਾਂਦਾ ਕਿ ਇਹ ਕਮਾਉਣ ਦਾ ਸ਼ਬਦ ਹੈ ਕਿ ਇਹ ਧਿਆਉਣ ਦਾ ਸ਼ਬਦ ਹੈ। ਹੈ ਵੀ ਇੱਕ ਤਰ੍ਹਾਂ ਦਾ ਬੈਂਕ ਹੀ ਮੰਨ ਕੇ ਚੱਲੀ, ਕਿਉਂਕਿ ਸਾਨੂੰ ਸੌਖਿਆ ਸਮਝ ਆ ਜਾਂਦਾ। ਸੋ ਜੋ ਨਾਮ ਕਮਾਉਣਾ ਹੈ ਉਹ ਬੰਦਨਾ ਕਰਕੇ ਮੰਗਣਾ ਵੇ, ਅਰਦਾਸ ਕਰਨੀ ਹੈ, ਸ਼ਬਦ ਦੀ ਗਹਿਰਾਈ ਜਾਣਾ ਹੈ, ਬੰਦਨਾ ਕਰਨੀ ਹੈ। ਉਹ ਜੋ ਧਿਆਨ ਹੈ ਆਪਣੇ ਕਰਮਾਂ ਵਿੱਚ ਚੇਤੇ ਰੱਖਣਾ ਹੈ, ਧਿਆਨ ਉਸ ਨਾਮ ਨੂੰ ਆਪਣੇ ਕਰਮਾਂ ਦੇ ਵਿੱਚ ਭੁੱਲਣਾ ਨਹੀਂ ਹੈ। ਸੋ ਅਰਨਿੰਗ ਐਂਡ ਸਪੈਂਡਿੰਗ ਦੋਨੋਂ ਚੱਲਦੀਆਂ। ਸੋ ਇੱਕ ਨਾਮ ਟ੍ਰਾਂਸੈਕਸ਼ਨਸ ਦਾ ਸਿਸਟਮ ਹੈ ਜੋ ਬਾਣੀ ਦੇ ਵਿਚਕਾਰ ਦਿੱਤਾ ਹੋਇਆ। ਹੁਣ ਅਸੀਂ ਦੇਖਦੇ ਹਾਂ ਕਿ ਜੋ ਨਾਮ ਦੇ ਅੰਮ੍ਰਿਤ ਭੰਡਾਰ ਦੀਆਂ ਗੱਲਾਂ ਕੀਤੀਆਂ ਗੁਰੂ ਸਾਹਿਬ ਨੇ, ਕਹਿੰਦੇ ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੋ ਸਹਿਜ ਸੁਭਾਏ ਰਹਾਓ।
ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕੇ ਕਛੂ ਨਾ ਮੋਲ, ਭਰਿਆ ਪਿਆ ਭਰੇ ਭੰਡਾਰ ਅਖੂਟ ਅਤੋਲ। ਕਹਿੰਦੇ ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧੋ ਜਾਏ। ਇਸ ਬੈਂਕ ਦੇ ਵਿੱਚੋਂ ਨਹੀਂ ਘਟਾ ਸੋ, ਜਿੰਨਾ ਕੁ ਖਰਚੋਗੇ ਵੱਧਦਾ ਜਾਣਾ। ਖਾਵੇ ਖਰਚੇ ਰਲ ਮਿਲ ਭਾਈ, ਇਹਨੇ ਨਹੀਂ ਤੋਟ ਆਣਾ, ਇਹ ਬੇਅੰਤ ਤੱਕ ਹੈ। ਤੇ ਬੇਅੰਤ ਵਿੱਚੋਂ ਜਦੋਂ ਨਿਕਲਵਾ ਸਕਦੇ ਹਾਂ ਤੇ ਫਿਰ ਸਾਨੂੰ ਕੋਈ ਕਿਉਂ ਅਸੀਂ ਆਪਣੇ ਆਪ ਨੂੰ ਰੋਕ ਰਹੇ ਹਾਂ। ਜਦੋਂ ਉਸ ਬੈਂਕ ਚੋਂ ਕਢਾਉਣ ਦੀ ਕੋਈ ਲਿਮਿਟ ਹੀ ਨਹੀਂ ਹੈ ਔਰ ਉਹ ਵੱਧਦਾ ਹੀ ਜਾਣਾ ਹੈ, ਤੇ ਫਿਰ ਅਸੀਂ ਆਪਣੇ ਆਪ ਨੂੰ ਕਿਉਂ ਰਿਸਟ੍ਰਿਕਟ ਕਰ ਰਹੇ ਹਾਂ। ਕਹੋ ਨਾਨਕ ਜਿਸ ਮਸਤਕ ਲੇਖ, ਸੋ ਏਤ ਖਜ਼ਾਨੇ ਰਿਆਲ ਰਲਾਏ। ਉਹ ਕਹਿੰਦੇ ਫਿਰ ਤੁਹਾਡਾ ਔਰ ਪਰਮਾਤਮਾ ਦਾ ਇੱਕੋ ਖਜ਼ਾਨਾ, ਹੁਣ ਤੁਹਾਨੂੰ ਕੀ ਡਰ ਹੈ। ਖਜ਼ਾਨਾ ਤੇ ਵੈਸੇ ਹੀ ਪਰਮਾਤਮਾ ਦਾ, ਉਹ ਤੇ ਬੇਅੰਤ ਹੈ। ਉਸ ਖਜ਼ਾਨੇ ਤੁਹਾਡਾ ਖਜ਼ਾਨਾ ਉਹਨੇ ਰਲਾ ਲੈਣਾ। ਜੋ ਥੋੜਾ ਬਹੁਤ ਤੁਸੀਂ ਇਕੱਠਾ ਕੀਤਾ ਉਹਨੇ ਕਿਹਾ ਆਓ ਜੀ ਇਕੱਠਾ ਹੀ ਕਰ ਦਿੰਦੇ ਆ। ਕਿੰਨੀ ਵੱਡੀ ਗੱਲ ਕਹਿ ਰਹੇ ਨੇ ਗੁਰੂ ਸਾਹਿਬ, ਕਿੰਨੇ ਸਪਸ਼ਟ ਸ਼ਬਦਾਂ 'ਚ ਕਹਿ ਰਹੇ ਨੇ, ਕਿੰਨੀ ਜ਼ਿਆਦਾ ਸਾਨੂੰ ਅਪਰਚੁਨਿਟੀ ਦੇ ਰਹੇ ਨੇ ਲਾਈਫ ਵਿੱਚ ਕਿ ਇਹ ਖਜ਼ਾਨਾ ਤੁਹਾਡੇ ਕੋਲ ਹੋਏ। ਔਰ ਅਸੀਂ ਕਿਹਦੇ 'ਚ ਪਏ ਹੋਏ ਹਾਂ, ਅਸੀਂ ਸਮਝ ਰਹੇ ਹਾਂ ਅਸੀਂ ਉੱਥੇ ਤੱਕ ਕਿਉਂ ਨਹੀਂ ਪਹੁੰਚ ਪਾਉਂਦੇ। ਇੱਥੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ, ਆਪਣੀਆਂ ਦੂਸਰੇ ਰਸਾਂ 'ਚ ਅਸੀਂ ਇੱਦਾਂ ਫਸ ਗਏ। ਉਹ ਖਜ਼ਾਨੇ ਖਾਲੀ ਵੀ ਹੋਏ ਜਾ ਰਹੇ ਨੇ, ਲੁੱਟ ਵੀ ਰਹੇ ਹਾਂ, ਜੀਵਨ ਵੀ ਜਾ ਰਿਹਾ, ਪਰ ਇਸ ਖਜ਼ਾਨੇ ਤੱਕ ਅਸੀਂ ਨਹੀਂ ਪਹੁੰਚ ਰਹੇ। ਇਸ ਅੰਮ੍ਰਿਤ ਖਜ਼ਾਨੇ ਦਾ ਇੱਕ ਹੋਰ ਵੀ ਬੜਾ ਸੋਹਣਾ ਸਿਸਟਮ ਹੈ। ਸਿਰਫ ਇੱਕ ਖਜ਼ਾਨਾ ਇੱਥੇ ਤੱਕ ਹੀ ਨਹੀਂ ਹੈ, ਜਿਹੜੇ ਅਸੀਂ ਪੁਰਾਣੇ ਲੈ ਕੇ ਆਏ ਹਾਂ ਹਿਸਾਬ ਕਿਤਾਬ ਨਾਲ। ਗੁਰਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ। ਪਤਾ ਨਹੀਂ ਕਿੱਥੋਂ ਦੀ ਕੀ ਕੁਝ ਅਸੀਂ ਆਪਣਾ ਨਾਲ ਲੈ ਕੇ ਤੁਰੇ ਸੀ ਵਿਰਸੇ 'ਚ, ਉਹ ਵੀ ਸਾਰਾ ਰਾਈਟ ਆਫ ਕਰਤਾ। ਅਜੇ ਤੇ ਇਸ ਖਜ਼ਾਨੇ ਜੋ ਇਸ ਜੀਵਨ 'ਚ ਮਿਲਿਆ ਸੀ ਉਹਦੀ ਗੱਲ ਤੇ ਛੋੜ ਦਈਏ, ਪਿਛਲਾ ਵੀ ਸਭ ਖਤਮ। ਐਸਾ ਹੈ ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ ਵਾਲਾ ਖਜ਼ਾਨਾ। The more we use, more it dwells. ਵੇਖਣ ਸੁਣਨ ਸੁਨਾਵਨੋ ਮਨ ਮੈਂ ਦ੍ਰਿੜੀਏ ਸਾਜ, ਪੂਰ ਰਹਿਓ ਸਰਬਤਰ में नानक हर रंग राज। ਕਹਿੰਦੇ ਵੇਖਣ ਸੁਣਨ ਸੁਨਾਵਨੋ, ਜਿਤਨਾ ਵੇਖੋਗੇ, ਜਿਤਨਾ ਦੇਖੋਗੇ, ਜਿਤਨਾ ਸੁਣੋਗੇ, ਜਿਤਨਾ ਸੁਣਾਓਗੇ, ਤੁਹਾਡਾ ਦ੍ਰਿੜਤਾ ਹੋਏਗੀ। ਖਜ਼ਾਨਾ ਦ੍ਰਿੜ ਹੋ ਰਿਹਾ, ਖਾਨਾ ਜਾਨਾ ਨਾਮ ਦ੍ਰਿੜਤਾ ਆ ਰਹੀ ਹੈ, ਮਤਲਬ ਖਜ਼ਾਨਾ ਵੱਧਦਾ ਜਾ ਰਿਹਾ ਹੈ। ਖਜ਼ਾਨਾ ਜੋ ਹੈ ਉਹਨੇ ਬੇਅੰਤਤਾ ਦੀ ਤਰਫ ਆਪਣੀ ਜਰਨੀ ਸ਼ੁਰੂ ਕਰਤੀ ਹੈ। ਸੋ ਪੇਖਣ ਸੁਣਨ ਸੁਨਾਵਨੋ, ਸੋ ਸੰਗਤ ਵੀ ਉਹੀ ਕਰਨੀ ਹੈ ਜਿੱਥੇ ਪੇਖੋ, ਸੁਣੋ, ਸ਼ਬਦ ਸੁਣੋ, ਕੀਰਤਨ ਸੁਣੋ, ਵਿਚਾਰ ਸੁਣੋ, ਕੁਛ ਵੀ ਕਰੋ, ਬਟ ਉਹਨੂੰ ਦ੍ਰਿੜ ਕਰਨਾ ਨਾਮ ਨੂੰ। ਅਖੀਰ 'ਚ ਇੱਕ ਚੀਜ਼ ਕਹਿੰਦੇ ਨਾਮ ਦਾ ਖਜ਼ਾਨਾ ਤੇ ਮਿਲ ਗਿਆ, ਉਹ ਅਨਐਕਸਪਲੇਨੇਬਲ ਹੈ। ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨਾ ਜਾਏ। ਕਹਿੰਦੇ ਜਿਹਨੂੰ ਮਿਲ ਗਿਆ ਉਹ ਹੁਣ ਦੂਸਰੇ ਨੂੰ ਤੇ ਦੱਸ ਨਹੀਂ ਪਾ ਰਿਹਾ, ਤੇ ਕਿਉਂ ਨਹੀਂ ਤੁਸੀਂ ਆਪਣੇ ਐਫਰਟ ਕਰਦੇ ਹੋ। ਉਹਦੇ ਦੱਸੇ ਨਾਲ ਤੇ ਤੁਹਾਨੂੰ ਕੁਝ ਨਹੀਂ ਹੋਣਾ। ਤੁਸੀਂ ਵਿਚਾਰ ਕਰ ਸਕਦੇ ਹੋ, ਸਭ ਕੁਝ ਕਰ ਸਕਦੇ ਹੋ, ਪਰ ਉਹਦੇ ਕੋਲ ਨਾਮ ਦਾ ਖਜ਼ਾਨਾ ਕੋ ਸਮਝਾ ਤੈਨੂੰ ਕੀ ਮਿਲਿਆ ਉਹ ਨਹੀਂ ਦੱਸ ਸਕਦਾ। ਉਹ ਜੋ ਅਨਹਦ ਨਾਦ ਦੀ ਅਵਸਥਾ ਵਿੱਚ ਹੈ, ਉਹ ਜਿਸ ਅਵਸਥਾ ਤੇ ਪਰਮਾਤਮਾ ਦੇ ਨਾਲ ਪੂਰੀ ਤਰ੍ਹਾਂ ਜਿਸ ਟਾਈਮ ਮਰਜ਼ੀ ਜੋੜ ਸਕਦਾ ਹੈ, ਉਸ ਅਵਸਥਾ ਦੀ ਕੋਈ ਗੱਲ ਨਹੀਂ ਕਰ ਸਕਦਾ। ਸੋ ਅੰਮ੍ਰਿਤ ਸਾਚਾ ਨਾਮ ਹੈ, ਕਹਿਣਾ ਕਛੂ ਨਾ ਜਾਏ। ਉਹਦੇ ਬਾਰੇ ਕੁਝ ਹੋਰ ਨਹੀਂ ਕਿਹਾ ਜਾ ਸਕਦਾ। ਪੀਵਤ ਹੂ ਪ੍ਰਵਾਨ ਪਿਆ, ਜਿਨ੍ਹਾਂ ਨੇ ਪੀ ਲਿਆ ਉਹਨਾਂ ਨੂੰ ਹੀ ਪ੍ਰਵਾਨ ਹੋਇਆ। ਪੂਰੇ ਸ਼ਬਦ ਸਮਾਏ, ਉਹ ਤੇ ਸ਼ਬਦ ਦੇ ਵਿੱਚ ਪੂਰੀ ਤਰ੍ਹਾਂ ਸਮਾ ਗਏ। ਉਹ ਸ਼ਬਦ ਗੁਰੂ 'ਚ ਸਮਾ ਗਏ, ਉਸ ਸ਼ਬਦ ਸਮਾ ਗਏ ਜਿਸ ਤੋਂ ਪੂਰੀ ਸ੍ਰਿਸ਼ਟੀ ਬਣੀ। ਸਾਡੀ ਅਰਦਾਸ ਔਰ ਗੁਰੂ ਦੀ ਰਹਿਮਤ। ਅਸੀਂ ਕੁਝ ਕੁ ਪੁਆਇੰਟ ਹੁਣ ਸਮਰਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਗੁਰੂ ਤੇ ਮਾਰਗ ਤੇ ਚਲਦੇ ਹੋਏ ਨਾਮ ਮਿਲਦਾ ਚਾ, ਪਹਿਲੇ ਨਾਮ ਅੰਦਰ ਦੇ ਜ਼ਹਿਰ ਨੂੰ ਖਤਮ ਕਰੇਗਾ। ਜਦ ਤੱਕ ਅੰਦਰ ਦਾ ਜ਼ਹਿਰ ਨਹੀਂ ਖਤਮ ਹੁੰਦਾ ਜਾਏਗਾ, ਨਾਮ ਲਈ ਜਗ੍ਹਾ ਨਹੀਂ ਬਣੇਗੀ। ਨਾਮ ਆਪੇ ਹੀ ਜ਼ਹਿਰ ਨੂੰ ਵੀ ਖਤਮ ਕਰੇਗਾ। ਪ੍ਰੇਮ ਹੈ ਤਾਂ ਸਭ ਕੁਝ ਹੈ। ਸੋ ਬਿਰਹਾ ਦੀ ਤੜਪ, ਮਿਲਣ ਦੀ ਚਾਹ ਤੇ ਹਿਰਦੇ ਵਿੱਚ ਪ੍ਰੇਮ ਪਰਮਾਤਮਾ ਦੇ ਨਾਮ ਨੂੰ ਪ੍ਰਗਟ ਕਰੇਗਾ। ਹਉਮੈ ਘਟੇਗੀ ਤਾਂ ਨਮਰਤਾ ਵਧੇਗੀ। ਨਾਮ ਨਾਲ ਜੁੜਨਾ ਆਸਾਨ ਹੋ ਜਾਏਗਾ। ਹਉਮੈ ਘਟਣਾ ਬਹੁਤ ਜ਼ਰੂਰੀ ਹੈ। ਅਗਰ ਮਹਿਸੂਸ ਹੋ ਰਿਹਾ ਨਹੀਂ ਘਟ ਰਹੀ ਤੇ ਗੱਲ ਨਹੀਂ ਬਣ ਰਹੀ। ਹਰ ਇੱਕ ਜੀ ਦੀ ਬਣਤਰ ਪਰਮਾਤਮਾ ਦੇ ਹੁਕਮ ਦਾ ਪ੍ਰਤੀਕ ਹੈ। ਸੋ ਹਰ ਚੀਜ਼ ਦੇ ਵਿੱਚ ਸਾਨੂੰ ਪਰਮਾਤਮਾ ਨੂੰ ਦੇਖ ਲੈਣਾ ਹੈ, ਉਹ ਤਾਂ ਹੀ ਸਾਨੂੰ ਉਹਦੇ ਵਿੱਚੋਂ ਨਾਮ ਵੀ ਮਿਲਦਾ ਰਹੇਗਾ। ਸੋ ਅਸੀਂ ਹਰ ਚੀਜ਼ ਵਿੱਚ ਵੱਖਰੇ ਤਰੀਕੇ ਨਾਲ ਪਰਮਾਤਮਾ ਨੂੰ, ਹਰ ਜੀਵ ਵਿੱਚ, ਹਰ ਸ੍ਰਿਸ਼ਟੀ ਦੀ, ਚਾਹੇ ਉਹ ਪੇੜ ਹੈ, ਪੌਦੇ ਹੈ, ਜਾਨਵਰ ਹੈ, ਨੌਨ ਲਿਵਿੰਗ ਚੀਜ਼ਾਂ ਵੀ ਹੈ, ਪਰਮਾਤਮਾ ਦੀ ਬਣਤਰ ਨੂੰ ਦੇਖ ਕੇ ਉਹਦੇ 'ਚੋਂ ਨਾਮ ਢੂੰਢ ਲੈਣ।
इकल्ले नाम लेना सब कुछ नहीं, भावना है तो जपना भी प्रवान है। अगर ਅਸੀਂ सिर्फ वाहिगुरु वाहिगुरु कहिए वो सफिशिएंट नहीं है, पर वाहिगुरु वाहिगुरु ਦੇ ਨਾਲ अगर मेरी हौमे जा रही है या मेरी कोई भावना जुड़ी हुई है तो वाहिगुरु वाहिगुरु कहना भी प्रवान है। इकल्ले जपना नाम प्रवान नहीं है। नाम शक्ति है, नाम खजाना है, नाम अमृत है, नाम आप परमात्मा है। जो पिछली विचार ਕੀਤੀ ਹੈ ਉਹਦੇ ਵਿੱਚੋਂ ਕੁਝ ਜਿਸਟ ਦੇ ਵਿੱਚ ਅਸੀਂ ਸਾਡੀ ਅਰਦਾਸ ਹੋਏ ਔਰ परमात्मा ਦੀ ਰਹਿਮਤ ਹੋਏ ਤਾਂ ਹੀ ਇਹ ਸਭ ਕੁਝ ਪੋਸੀਬਲ ਹੈ। ਹੁਣ ਅਸੀਂ ਸਾਰੇ ਜੋ ਸ਼ਬਦ ਭਾਵ ਔਰ ਨਾਮ ਔਰ ਅੰਮ੍ਰਿਤ ਸਭ ਨੂੰ ਇੱਕ ਵਾਰ ਜੋੜ ਕੇ ਇੱਕ ਮਾਡਲ ਦੇ ਤੌਰ ਤੇ ਵੀ ਦੇਖਣ ਦੀ ਕੋਸ਼ਿਸ਼ ਕਰੀਏ। ਗੁਰੂ ਕਾ ਸ਼ਬਦ ਜਿੱਥੋਂ ਸਾਡੀ ਸ਼ੁਰੂਆਤ ਹੈ ਔਰ ਜਿੱਥੇ ਅਸੀਂ ਪਹੁੰਚਣਾ ਹੈ ਉਹਨੂੰ ਇੱਕ ਮਾਡਲ ਦੀ ਫਾਰਮ 'ਚ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਫਿਰ ਇੱਕ ਵਾਰ ਕਹਿੰਦਾ ਕਈ ਕੁ ਗਲਤੀਆਂ ਹੋਈਆਂ ਹੋਣਗੀਆਂ ਇਹਦੇ 'ਚ ਤੇ ਉਹਦੇ ਲਈ ਮੈਂ ਪਹਿਲੇ ਖਿਮਾ ਮੰਗਦਾ ਔਰ ਤੁਹਾਡੇ ਵਿਚਾਰ ਜ਼ਰੂਰ ਜਾਣਨਾ ਚਾਹਾਂਗਾ। ਗੁਰੂ ਸਾਹਿਬ ਕਹਿੰਦੇ ਗੁਰਮੁਖ ਹੱਸੈ ਗੁਰਮੁਖ ਰੋਵੈ, ਜੋ ਗੁਰਮੁਖ ਕਰੇ ਸਾਈ ਭਗਤ ਹੋਵੇ। ਕਿ ਜੋ ਗੁਰਮੁਖ ਕਦੀ ਹੱਸ ਰਿਹਾ ਕਦੀ ਰੋ ਰਿਹਾ, ਪਰ ਜੋ ਵੀ ਗੁਰਮੁਖ ਕਰ ਰਿਹਾ ਉਹ ਭਗਤੀ ਹੈ। ਇਹਦਾ ਮਤਲਬ ਗੁਰੂ ਸਾਹਿਬ ਨੇ ਹੁਣ ਪੂਰਾ ਮਾਰਗ ਪੂਰੀ ਤਰ੍ਹਾਂ ਖੋਲ ਦਿੱਤਾ। ਜੇ ਗੁਰਮੁਖ ਕਰੇ ਸਾਈ ਭਗਤ ਹੋਏ, ਭਗਤ ਅਸੀਂ ਨੂੰ ਮਾਰਗ ਨੂੰ ਕਿਹਾ, ਜੋ ਵੀ ਗੁਰਮੁਖ ਕਰ ਰਿਹਾ ਉਹ ਭਗਤੀ ਬਣ ਸਕਦਾ ਹੈ। ਪਹੁੰਚਣਾ ਹੈ ਅਸੀਂ ਇੱਕ ਰਸਤੇ ਤੋਂ ਪਹਿਲੇ ਭਾਵ ਨੂੰ ਜਗਾਣਾ, ਨਾਮ ਬਾਅਦ ਚ ਆਏਗਾ, ਪਹਿਲੇ ਭਾਵ ਫੀਲਿੰਗ ਦੇ ਲੈਵਲ ਤੇ ਜਾਣਾ। ਤੇ ਹੁਣ ਅਸੀਂ ਦੇਖੀਏ ਕਿ ਗੁਰਮੁਖ ਕੀ ਕੁਝ ਕਰ ਸਕਦਾ ਹੈ। ਸੁਣਨਾ, ਗਾਉਣਾ, ਆਰਾਧਨਾ, ਆਖਣਾ, ਮੰਨਣਾ, ਚੇਤਨਾ, ਜਪਣਾ, ਜਪਾਉਣਾ, ਸਲਾਹਣਾ, ਵਿਚਾਰਨਾ, ਧਿਆਉਣਾ, ਸਭ ਕੁਝ ਜੋ ਗੁਰਮੁਖ ਕਰ ਰਿਹਾ, ਕੁਝ ਵੀ ਕਰ ਰਿਹਾ ਉਹ ਭਾਵ ਨਾਲ ਕਰ ਰਿਹਾ, ਪੂਰੇ ਪ੍ਰੇਮ ਚ ਕਰ ਰਿਹਾ, ਜੁੜ ਕੇ ਕਰ ਰਿਹਾ, ਕੁਝ ਵੀ ਕਰ ਰਿਹਾ ਭਾਵ ਦੇ ਲੈਵਲ ਤੇ ਉਹ ਪ੍ਰਵਾਨ ਨਹੀਂ। ਉਹ ਚਾਹੇ ਗੁਰਮੁਖ ਹੱਸੈ ਗੁਰਮੁਖ ਰੋਵੇ ਜੀ। ਔਰ ਜਿੱਥੇ ਭਾਵ ਦੀ ਗੱਲ ਹੈ ਉਹ ਪ੍ਰੇਮ ਹੈ, ਵਿਰਹਾ ਹੋ ਸਕਦਾ ਹੈ, ਵੇਦਨਾ ਹੋ ਸਕਦੀ ਹੈ, ਆਨੰਦ ਵੀ ਹੋ ਸਕਦਾ ਹੈ। ਤੇ ਭਾਵ ਨੂੰ ਅਸੀਂ ਉੱਪਰ ਟੌਪ ਤੇ ਇਹਨੂੰ ਐਕਸਪੈਂਡ ਕੀਤਾ ਹੈ। ਉਹ ਭਾਵ ਕੁਝ ਵੀ ਹੋ ਸਕਦਾ ਹੈ। ਔਰ ਅਲਟੀਮੇਟਲੀ ਕਿਤਨੀਆਂ ਵੀ ਫੀਲਿੰਗਸ ਹੋਣ ਉਹਨੂੰ ਅਸੀਂ ਪ੍ਰੇਮ ਨਾਲ ਜੋੜ ਲਈਦਾ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਵ। ਵਿਰਹਾ ਵੀ ਪ੍ਰੇਮ ਹੈ, ਵੇਦਨਾ ਵੀ ਪ੍ਰੇਮ ਹੈ, ਆਨੰਦ ਵੀ ਪ੍ਰੇਮ ਹੈ। ਤਾਂ ਹੀ ਗੁਰੂ ਸਾਹਿਬ ਨੇ ਪ੍ਰੇਮ ਵਰਡ ਯੂਜ਼ ਕੀਤਾ। ਸੋ ਇਸ ਭਾਵ ਤੱਕ ਉਹਨੂੰ ਲੈ ਕੇ ਆਣਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹੁਣ ਗੱਲ ਆਏਗੀ ਇੱਥੋਂ ਸਾਨੂੰ ਨਾਮ ਮਿਲਣਾ, ਇਸ ਭਾਵਨਾ ਤੋਂ, ਉਸ ਅਵਸਥਾ ਤੋਂ, ਉਹਨਾਂ ਫੀਲਿੰਗਸ ਤੋਂ ਜਿਹੜੀਆਂ ਮੈਨੂੰ ਸ਼ਬਦ ਨਾਲ ਪੂਰੀ ਤਰ੍ਹਾਂ ਟੱਚ ਕਰ ਰਹੀਆਂ, ਮੈਨੂੰ ਨਾਮ ਮਿਲਣਾ। ਉਹ ਨਾਮ ਤਤ ਗਿਆਨ ਹੀ ਹੈ ਜਿਹਨੂੰ ਅਸੀਂ ਨਾਮ ਕਹਿ ਰਹੇ ਹਾਂ। ਉਹ ਤਤ ਗਿਆਨ ਹੈ, ਉਸ ਗਿਆਨ ਦਾ ਹੀ ਅੱਗੇ ਧਿਆਨ ਚ ਇਸਤੇਮਾਲ ਕਰਨਾ ਹੈ। ਔਰ ਆਹਿਸਤਾ ਆਹਿਸਤਾ ਨਾਮ ਦੇ ਨਾਲ ਅਸੀਂ ਅੰਮ੍ਰਿਤ ਦਾ ਭੰਡਾਰ ਬਣਾਉਣਾ, ਜਿਹਦਾ ਅਸੀਂ ਜ਼ਿਕਰ ਕਰ ਚੁੱਕੇ ਹਾਂ। ਇੱਕ ਨਾਮ ਦੇ ਰੰਗ ਉੱਤੇ ਸ਼ਬਦ ਲਾਂਗੇ, ਫਿਰ ਅਸੀਂ ਸਮਾਪਤੀ ਕਰਦੇ ਹਾਂ। ਕਬੀਰ ਦਾਸ ਜੀ ਕਹਿੰਦੇ ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ, ਅਬ ਮੋਹਿ ਰਾਮ ਆਪਣਾ ਕਰ ਜਾਣਿਆ, सहज सुभाए मेरा मन मान्या रहाओ, ब्रह्म में कथ कथ अंत न पाया, राम भगत बैठे कर आया। कहो कबीर चंचल मत त्यागी, केवल राम भगत निज भागी। उस अवस्था ते जिथे वो ये कह पा रहे ने ब्रह्म में कथ कथ अंत न पाया। तुसी जिन्हों ब्रह्मा कहंदे हो परमात्मा नूं कह के ओदा अंत नहीं पा रहा। राम भगत बैठे कराया, वो भगत दे घर ते बैठिया बैठिया आ जाता। दसो ये नाम दी ओ खूबी है, नाम दा ओ भंडार है जो अमृत ते पहुंच चुका है, अमृत लेवल ते पहुंच चुका है। की कुछ नहीं मिलता सानू नाम तो। मैं इसकी व्याख्या ना भी करा तो मैंने लगता है जितने भी शब्द असीं ले हैं उहदे ते हर शब्द ते कई कई विचारां हो सकती हैं, उन्होंने समझा जा सकता है, उन्होंने डैप्थ नूं समझा जा सकता है, उन्होंने नाम दे लैवल ते ले जाया जा सकता है। और यही सारी नाम की कहानी है। वाहिगुरू जी का खालसा, वाहिगुरु जी की फतेह।